So students, today we are going to discuss the one more questions of not for profit organization। बच्चे मैं ਤੁਹਾਨੂੰ ਇਹ PDF ਜਿਹੜਾ ਆਲਰੇਡੀ ਸੈਂਡ ਕਰ ਚੁੱਕੀ ਹਾਂ। ਇਸ PDF ਵਿੱਚ ਅੱਜ ਅਸੀਂ ਕੁਐਸਚਨਸ ਜਿਹੜੇ ਹੈਗੇ ਨੇ ਉਹ ਇੱਕ ਵਾਰੀ ਤੁਹਾਡੇ ਨਾਲ ਡਿਸਕਸ ਕਰ ਲਵਾਂਗੀ। ਵਨ ਵਰਡ ਕੁਐਸਚਨਸ ਜਿਹੜੇ ਨੇ ਸਭ ਤੋਂ ਪਹਿਲਾ ਕੁਐਸਚਨ ਹੈ ਨੇਮ ਐਨੀ ਟੂ ਆਈਟਮਸ ਦੈਟ ਅਪੀਅਰ ਔਨ ਦ ਡੈਬਿਟ ਸਾਈਡ ਆਫ ਦ ਰਿਸਿਪੀਐਂਟ ਪੇਮੈਂਟ ਅਕਾਊਂਟ ਆਫ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਮਤਲਬ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦੀ ਡੈਬਿਟ ਸਾਈਡ 'ਤੇ ਅੱਛਾ ਜਦੋਂ ਅਸੀਂ ਰਿਸਿਪੀਐਂਟ ਪੇਮੈਂਟ ਅਕਾਊਂਟ ਬਣਾਉਂਦੇ ਹਾਂ ਅਤੇ ਉਹਦੀ ਡੈਬਿਟ ਸਾਈਡ 'ਤੇ ਰਿਸਿਪਟ ਅਤੇ ਪੇਮੈਂਟ ਸਾਈਡ 'ਤੇ ਪੇਮੈਂਟਸ ਨੂੰ ਜਿਹੜਾ ਵਾ ਉਹ ਲਿਖਦੇ ਹਾਂ। क्रेडिट साइड ਜਿਹੜੀ ਪੇਮੈਂਟ ਸਾਈਡ ਨੂੰ ਲਿਖਦੇ ਆ ਮਤਲਬ ਡੈਬਿਟ ਮਤਲਬ ਵਾਟ ਐਵਰ ਵੀ ਰਿਸੀਵਡ ਐਜ਼ ਅ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਅਤੇ ਕ੍ਰੈਡਿਟ ਸਾਈਡ 'ਤੇ ਅਸੀਂ ਪੇਮੈਂਟਸ ਲਿਖਦੇ ਹਾਂ ਵਾਟ ਐਵਰ ਦ ਪੇਮੈਂਟਸ ਵੀ ਮੇਕ ਵਾਟ ਐਵਰ ਦ ਪੇਮੈਂਟਸ ਦੈਟ ਆਰ ਮੇਡ ਬਾਏ ਦ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਸੋ ਰਿਸਿਪਟੈਂਟ ਪੇਮੈਂਟ ਦੇ ਡੈਬਿਟ ਸਾਈਡ 'ਤੇ ਅਗਰ ਦੇਖੀਏ ਅਤੇ ਮਤਲਬ ਜੋ ਅਸੀਂ ਰਿਸੀਵ ਕੀਤਾ ਵਾ ਠੀਕ ਹੈ। ਸੋ ਇਹਨਾਂ ਨੇ ਐਗਜ਼ਾਮਪਲ ਲਿਖੀ ਹੈ ਸੇਲ ਆਫ ਓਲਡ ਨਿਊਜ਼ਪੇਪਰ ਜਾਂ ਡੋਨੇਸ਼ਨ ਠੀਕ ਹੈ ਇਹ ਅਸੀਂ ਆ ਸਕਦਾ। ਤੁਸੀਂ ਇਹ ਤੋਂ ਇਲਾਵਾ ਵੀ ਜਿਹੜੀਆਂ ਉਹਨੇ ਐਜ਼ ਅ ਰਿਸੀਵ ਕੀਤਾ ਕੋਈ ਇੰਟਰਸਟ ਰਿਸੀਵ ਕੀਤਾ ਵਾ ਕੋਈ ਆਪਣੀ ਇਨਵੈਸਟਮੈਂਟ ਤੋਂ ਰਿਸੀਵ ਕੀਤਾ ਵਾ ਠੀਕ ਹੈ ਉਹ ਤੁਸੀਂ ਜਿਹੜਾ ਵਾ ਉਹ ਲਿਖ ਸਕਦੇ ਹੋ। ਨੈਕਸਟ ਹੈ ਨੇਮ ਐਨੀ ਟੂ ਆਈਟਮਸ ਡੈਟ ਅਪੀਅਰ ਔਨ ਦ ਕ੍ਰੈਡਿਟ ਸਾਈਡ ਆਫ ਦ ਰਿਸਿਪਟੈਂਟ ਪੇਮੈਂਟ ਅਕਾਊਂਟ। ਮਤਲਬ ਰਿਸਿਪਟੈਂਟ ਪੇਮੈਂਟ ਅਕਾਊਂਟ ਦੀ ਪੇਮੈਂਟ ਸਾਈਡ ਜਿਹੜੀ ਹੁੰਦੀ ਆ ਉਹ ਕ੍ਰੈਡਿਟ ਸਾਈਡ ਹੁੰਦੀ ਹੈ। ਸੋ ਵਾਟ ਐਵਰ ਦ ਪੇਮੈਂਟਸ ਲਾਈਕ ਐਡਵਰਟਾਈਜ਼ਮੈਂਟ ਦੀ ਪੇਮੈਂਟ ਕੀਤੀ ਹੈ ਲਾਈਕ ਸੈਲਰੀਜ਼ ਐਂਡ ਵੇਜਿਸ ਪੇ ਕੀਤੀਆਂ ਵਾ ਠੀਕ ਹੈ ਉਹ ਅਸੀਂ ਪੇ ਕੀਤਾ ਉਹ ਸਾਰੀਆਂ ਪੇਮੈਂਟਸ ਜਿਹੜੀਆਂ ਵਾ ਅਸੀਂ ਇੱਥੇ ਕ੍ਰੈਡਿਟ ਸਾਈਡ 'ਤੇ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਰਿਪੇਅਰ ਦਾ ਆਵੇ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਪੇਮੈਂਟ ਕੀਤੀ ਆ ਉਹ ਅਸੀਂ ਪੇਮੈਂਟਸ ਜਿਹੜੀਆਂ ਇੱਥੇ ਲਿਖ ਸਕਦੇ ਹਾਂ। ਨੈਕਸਟ ਹੈ ਨੇਮ ਐਨੀ ਟੂ ਆਈਟਮਸ ਦੈਟ ਅਪੀਅਰਸ ਔਨ ਦ ਡੈਬਿਟ ਸਾਈਡ ਆਫ ਦ ਇਨਕਮ ਐਂਡ ਐਕਸਪੈਂਡੀਚਰ। ਇਨਕਮ ਐਂਡ ਐਕਸਪੈਂਡੀਚਰ ਦੀ ਡੈਬਿਟ ਸਾਈਡ 'ਤੇ ਜਿਹੜੀਆਂ ਵਾ ਕਿਹੜੀਆਂ ਆਈਟਮਸ ਆਉਂਦੀਆਂ। ਸੋ ਪ੍ਰਿੰਟਿੰਗ ਐਂਡ ਸਟੇਸ਼ਨਰੀ ਡੈਪਰੀਸੀਏਸ਼ਨ ਔਨ ਐਸਿਡਸ। ਸੋ ਇਨਕਮ ਐਂਡ ਐਕਸਪੈਂਡੀਚਰ ਇੱਕ ਸਾਈਡ 'ਤੇ ਐਕਸਪੈਂਡੀਚਰ ਅਸੀਂ ਲਿਖਦੇ ਹਾਂ ਇੱਕ ਸਾਈਡ 'ਤੇ ਇਨਕਮ ਲਿਖਦੇ ਹਾਂ। ਸੋ ਇਹਨਾਂ ਨੇ ਕਿਹਾ ਵਾ ਕਿ ਡੈਬਿਟ ਸਾਈਡ 'ਤੇ ਇਨਕਮ ਐਂਡ ਐਕਸਪੈਂਡੀਚਰ ਦੀ ਡੈਬਿਟ ਸਾਈਡ 'ਤੇ ਕਿਹੜੀਆਂ ਆਈਟਮਸ ਜਿਹੜੀਆਂ ਅਸੀਂ ਲਿਖਦੇ ਹਾਂ ਲਾਈਕ ਪ੍ਰਿੰਟਿੰਗ ਐਂਡ ਸਟੇਸ਼ਨਰੀ ਹੋ ਗਿਆ ਕੋਈ ਰਿਪੇਅਰ ਹੋ ਗਿਆ ਕੋਈ ਸੈਲਰੀਜ਼ ਹੋ ਗਿਆ ਠੀਕ ਹੈ ਕੋਈ ਆਊਟਸਟੈਂਡਿੰਗ ਐਕਸਪੈਂਸਿਸ ਇਸ ਸਾਲ ਦੇ ਇੰਸ਼ੋਰੈਂਸ ਪ੍ਰੀਮੀਅਮ ਕੋਈ ਦਿੱਤਾ ਹੈ ਉਹ ਸਾਰੀਆਂ ਆਈਟਮਸ ਜਿਹੜੀਆਂ ਅਸੀਂ ਲਿਖ ਸਕਦੇ ਹਾਂ। ਸੋ ਜਿਹੜੀ ਵੀ ਤੁਹਾਨੂੰ ਐਗਜ਼ਾਮਪਲ ਜਿਹੜੀ ਆਵੇ ਜ਼ਰੂਰੀ ਨਹੀਂ ਹੈ ਤੁਸੀਂ ਇਹੀ ਐਗਜ਼ਾਮਪਲ ਲਿਖਣੀ ਹੈ ਇਹ ਤੋਂ ਇਲਾਵਾ ਵੀ ਕੋਈ ਵੀ ਐਗਜ਼ਾਮਪਲ ਅਗਰ ਤੁਹਾਡੇ ਦਿਮਾਗ 'ਚ ਆਉਂਦੀ ਹੈ ਤਾਂ ਤੁਸੀਂ ਉਹਨੂੰ ਲਿਖ ਸਕਦੇ ਹੋ। ਨੈਕਸਟ ਹੈ ਵਾਟ ਇਜ਼ ਡੋਨੇਸ਼ਨ। ਡੋਨੇਸ਼ਨ ਕੀ ਹੈ ਐਨ ਅਮਾਊਂਟ ਰਿਸੀਵੇਬਲ ਬਾਏ ਦ ਚੈਰੀਟੇਬਲ ਇੰਸਟੀਟਿਊਸ਼ਨ ਐਜੂਕੇਸ਼ਨ ਇੰਸਟੀਟਿਊਸ਼ਨ ਔਰ ਰਿਲੀਜੀਅਸ ਇੰਸਟੀਟਿਊਸ਼ਨ ਬਾਏ ਦ ਵੇ ਆਫ ਡੋਨੇਸ਼ਨ। ਮਤਲਬ ਡੋਨੇਸ਼ਨ ਮਤਲਬ ਕੋਈ ਵੀ ਅਗਰ ਕਿਸੇ ਨੇ ਆਪਣੇ ਮਨ ਦੇ ਨਾਲ ਦਿੱਤੀ ਹੈ ਕੋਈ ਡੋਨੇਟ ਕੀਤਾ ਉਹਨੂੰ ਅਸੀਂ ਡੋਨੇਸ਼ਨ ਕਹਿੰਦੇ ਹਾਂ। ਨੈਕਸਟ ਹੈ ਨੇਮ ਐਨੀ ਟੂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਅਸੀਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਚੈਰੀਟੇਬਲ ਹੌਸਪੀਟਲ ਔਰ ਐਜੂਕੇਸ਼ਨ ਇੰਸਟੀਟਿਊਸ਼ਨ ਠੀਕ ਹੈ। ਇਸ ਤੋਂ ਇਲਾਵਾ ਕੋਈ ਵੀ NGO ਹੈਗੀ ਆ ਜਿਹੜੀ ਕੀ ਆ ਕਿਸੇ ਪ੍ਰੋਫਿਟ ਮੋਟਿਵ ਵਾਸਤੇ ਨਹੀਂ ਖੁੱਲ੍ਹੀ ਉਹਨੂੰ ਅਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵਿੱਚ ਪਾ ਸਕਦੇ ਹਾਂ। ਵਟ ਇਜ਼ ਦ ਮੇਨ ਸੋਰਸ ਆਫ ਇਨਕਮ ਫॉर ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਮੇਨ ਸੋਰਸ ਜਿਹੜਾ ਰਹਿੰਦਾ ਇਹਨਾਂ ਦਾ ਉਹ ਰਹਿੰਦਾ ਹੈ ਸਬਸਕ੍ਰਿਪਸ਼ਨ ਜਿਹੜਾ ਵਾ ਉਹ ਮੇਨ ਸੋਰਸ ਹੈਗਾ ਵਾ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦਾ। ਨੈਕਸਟ ਹੈ ਨੇਮ ਦ ਅਕਾਊਂਟ ਪ੍ਰੀਪੇਅਰਡ ਬਾਏ ਦ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਫॉर ਅਸਰਟੇਨਿੰਗ ਦ ਸਰਪਲਸ ਐਂਡ ਡੈਫੀਸਿਟ। ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੀਆਂ ਨੇ ਜਦੋਂ ਕਿ ਜਿਹੜੀਆਂ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਨੇ ਉਹ ਆਪਣਾ ਸਰਪਲਸ ਮਤਲਬ ਉਹਨਾਂ ਨੂੰ ਪ੍ਰੋਫਿਟ ਹੋਇਆ ਵਾ ਜਾਂ ਲਾਸ 'ਚ ਜਾ ਰਹੇ ਨੇ ਸਰਪਲਸ ਹੈ ਜਾਂ ਡੈਫੀਸਿਟ ਹੈ ਉਹਨੂੰ ਕੈਲਕੂਲੇਟ ਕਰਨ ਵਾਸਤੇ ਉਹ ਕੀ ਪ੍ਰੀਪੇਅਰ ਕਰਦੇ ਨੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਨੈਕਸਟ ਹੈ ਵਾਟ ਇਜ਼ ਰਿਸਿਪਟੈਂਟ ਪੇਮੈਂਟ ਅਕਾਊਂਟ। ਰਿਸਿਪਟੈਂਟ ਪੇਮੈਂਟ ਅਕਾਊਂਟ ਕੀ ਜਸਟ ਅ ਸਮਰੀ ਲਾਈਕ ਅ ਕੈਸ਼ ਬੁੱਕ ਵਿੱਚ ਅਸੀਂ ਵਾਟ ਐਵਰ ਦ ਕੈਸ਼ ਵਿੱਚ ਰਿਸੀਵ ਔਰ ਵਾਟ ਐਵਰ ਦ ਕੈਸ਼ ਵੀ ਪੇਡ ਉਹਨੂੰ ਅਸੀਂ ਰਿਕਾਰਡ ਕਰਦੇ ਹਾਂ। ਸਿਮਿਲਰਲੀ ਰਿਸਿਪਟੈਂਟ ਪੇਮੈਂਟ ਅਕਾਊਂਟ ਇਜ਼ ਆਲਸੋ ਦ ਸਮਰੀ ਆਫ ਕੈਸ਼ ਰਿਸਿਪਟਸ ਐਂਡ ਕੈਸ਼ ਪੇਮੈਂਟਸ ਡਿਊਰਿੰਗ ਦ ਗਿਵਨ ਪੀਰੀਅਡ। ਮਤਲਬ ਜਿੰਨੀਆਂ ਕੈਸ਼ ਰਿਸਿਪਟਸ ਹੋਣਗੀਆਂ ਜਿੰਨੀਆਂ ਕੈਸ਼ ਪੇਮੈਂਟਸ ਹੋਣਗੀਆਂ ਉਹ ਸਾਰੀਆਂ ਜਿਹੜੀਆਂ ਅਸੀਂ ਰਿਕਾਰਡ ਕਰਾਂਗੇ। ਨੈਕਸਟ ਹੈ ਸਿੰਪਲ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਉਹਦੇ ਵਿੱਚ ਅਸੀਂ ਸਿੰਪਲੀ ਇਹਦੀ ਡੈਫੀਨੇਸ਼ਨ ਲਿਖਾਂਗੇ ਕਿ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਕਿਹੜੀ ਹੁੰਦੀ ਆ ਉਹ ਆਰਗੇਨਾਈਜੇਸ਼ਨ ਜਿਹੜੀ ਕੀ ਆ ਪ੍ਰੋਫਿਟ ਵਾਸਤੇ ਕੰਮ ਨਹੀਂ ਕਰਦੇ ਜਿਨ੍ਹਾਂ ਦਾ ਮੇਨ ਮੋਟਿਵ ਜਿਹੜਾ ਵਾ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ। ਨੈਕਸਟ ਹੈ ਵਾਟ ਇਜ਼ ਸਬਸਕ੍ਰਿਪਸ਼ਨ ਇਜ਼ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ an amount paid by the members of the organization periodically to keep their membership alive is called the subscription। ਅੱਛਾ ਇਹਦੇ ਵਿੱਚ not ਨਹੀਂ ਆਏਗਾ what is subscription for the not for profit organization। ਸਬਸਕ੍ਰਿਪਸ਼ਨ ਕੀ ਹੈ ਕੋਈ ਵੀ ਅਮਾਊਂਟ ਜਿਹੜਾ ਕਿ ਪੀਰੀਓਡਿਕਲੀ ਪੇ ਕੀਤਾ ਜਾਂਦਾ ਹੈ ਬਾਏ ਦਾ ਮੈਂਬਰਸ ਭਾਵੇਂ ਉਹ 15 ਡੇਜ਼ ਬਾਅਦ ਹੋਵੇ ਭਾਵੇਂ ਉਹ ਕੁਆਟਰਲੀ ਹੋਵੇ ਭਾਵੇਂ ਉਹ ਮੰਥਲੀ ਹੋਵੇ ਠੀਕ ਹੈ ਇੱਕ ਪੀਰੀਅਡ ਦੇ ਪੀਰੀਓਡਿਕਲੀ ਪੇਮੈਂਟ ਜਿਹੜੀ ਕੀ ਆ
ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਉਹਨਾਂ ਦੇ ਮੈਂਬਰਸ ਦੁਆਰਾ ਕੀਤੀ ਜਾਂਦੀ ਹੈ ਟੂ ਕੀਪ ਦੇਅਰ ਮੈਂਬਰਸ਼ਿਪ ਅਲਾਈਵ, ਤਾਂ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਚੱਲਦੀ ਰਹੇ, ਉਹਨੂੰ ਅਸੀਂ ਕਹਾਂਗੇ subscription. Next, name any one item that appears on the credit side of the ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਕ੍ਰੈਡਿਟ ਸਾਈਡ ਮਤਲਬ ਇਨਕਮ ਸਾਈਡ, ਸੋ ਇਨਕਮ ਸਾਈਡ ਵੀ ਸਭ ਤੋਂ ਪਹਿਲਾਂ ਤਾਂ ਸਬਸਕ੍ਰਿਪਸ਼ਨ ਹੀ ਆਏਗਾ, ਠੀਕ ਹੈ। ਇਸ ਤੋਂ ਇਲਾਵਾ ਜੋ ਵੀ ਤੁਸੀਂ ਕੋਈ ਵੀ ਇਨਕਮ ਐਂਡ ਜਿਹੜੀ ਕਿ ਰਿਸੀਵ ਹੁੰਦੀ ਹੈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ, ਜਿਹੜੀ ਕਿ ਕ੍ਰੈਡਿਟ ਸਾਈਡ ਮਤਲਬ ਇਨਕਮ ਸਾਈਡ ਜਿਹੜੀ ਅਸੀਂ ਲਿਖਦੇ ਹੈਗੇ ਆ, ਉਹਨਾਂ ਨੂੰ ਅਸੀਂ ਸਬਸਕ੍ਰਿਪਸ਼ਨ ਉਹਨਾਂ ਨੂੰ ਅਸੀਂ ਲਿਖ ਸਕਦੇ ਹਾਂ। ਨੈਕਸਟ, ਵਾਟ ਅਮਾਊਂਟ ਇਜ਼ ਪ੍ਰੀਪੇਅਰ ਟੂ ਨੋ ਦਾ ਕੈਸ਼ ਐਂਡ ਬੈਂਕ ਬੈਲੈਂਸ ਬਾਈ ਦਾ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਕਿਹੜਾ ਅਕਾਊਂਟ ਪ੍ਰੀਪੇਅਰ ਕੀਤਾ ਜਾਂਦਾ ਹੈ ਕੈਸ਼ ਅਤੇ ਬੈਂਕ ਬੈਲੈਂਸ ਨੂੰ ਜਾਣਨ ਵਾਸਤੇ? ਰਿਸਿਪਟ ਐਂਡ ਪੇਮੈਂਟ ਅਕਾਊਂਟ, ਠੀਕ ਹੈ। ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਥਰੂ ਹੀ ਉਹਨਾਂ ਨੂੰ ਪਤਾ ਲੱਗਦਾ ਵਾ ਕਿ ਉਹਨਾਂ ਦਾ ਕੈਸ਼ ਦੀ ਅਮਾਊਂਟ ਕਿੰਨੀ ਹੈ ਅਤੇ ਉਹਨਾਂ ਦਾ ਬੈਂਕ ਬੈਲੈਂਸ ਕਿੰਨਾ ਹੈ। ਨੈਕਸਟ ਹੈ, ਵਾਟ ਇਜ਼ ਦ ਮੇਨ ਆਬਜੈਕਟਿਵ ਆਫ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਕੀ ਮੇਨ ਹੁੰਦਾ ਵਾ ਇਹਨਾਂ ਦਾ ਮੋਟਿਵ? ਇਹਨਾਂ ਦਾ ਮੋਟਿਵ ਜਿਹੜਾ ਵਾ ਉਹ ਪ੍ਰੋਫਿਟ ਕਮਾਉਣਾ ਬਿਲਕੁਲ ਨਹੀਂ ਹੁੰਦਾ। ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ ਕਿ ਇਹਨਾਂ ਨੇ ਕਮਿਊਨਿਟੀ ਦਾ ਇੰਟਰਸਟ ਦੇਖਣਾ। ਇਹਨਾਂ ਦਾ ਮੇਨ ਮੋਟਿਵ ਜਿਹੜਾ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮੇਨ ਮੋਟਿਵ ਹੁੰਦਾ ਵਾ ਕਿ ਇਹਨਾਂ ਨੇ ਕੀ ਹੈ, ਇੰਡੀਵਿਜੂਅਲ ਇੰਟਰਸਟ ਨੂੰ ਨਹੀਂ ਦੇਖਣਾ, ਇਹਨਾਂ ਨੇ ਕਮਿਊਨਿਟੀ ਦੇ ਇੰਟਰਸਟ ਨੂੰ ਦੇਖਣਾ ਹੈ, ਸੁਸਾਇਟੀ ਦੇ ਇੰਟਰਸਟ ਨੂੰ ਦੇਖਣਾ ਹੈ। ਨੈਕਸਟ ਹੈ, ਨੇਮ ਦਾ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੀਪੇਅਰਡ ਬਾਈ ਦ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਵਾ ਲਾਈਕ ਪ੍ਰੋਫਿਟ ਆਰਗੇਨਾਈਜੇਸ਼ਨਸ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ, ਦੈਨ ਬੈਲੈਂਸ ਸ਼ੀਟ, ਟ੍ਰਾਇਲ ਬੈਲੈਂਸ, ਇਹ ਸਭ ਕੁਛ ਪ੍ਰੀਪੇਅਰ ਕਰਦੀ ਹੈ। ਜਦੋਂ ਕਿ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜਾ ਵਾ ਰਿਸਿਪਟ ਐਂਡ ਪੇਮੈਂਟ ਅਕਾਊਂਟ, ਠੀਕ ਹੈ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਟੂ ਨੋ ਦਾ ਸਰਪਲਸ ਐਂਡ ਡੈਫਿਸਿਟ ਐਂਡ ਦੇ ਬੈਲੈਂਸ ਸ਼ੀਟ ਪੇ ਕਰਦੇ ਆ। ਬੈਲੈਂਸ ਸ਼ੀਟ ਜਿਹੜੀ ਹੈ ਪ੍ਰੀਪੇਅਰ ਕੀਤੀ ਜਾਂਦੀ ਹੈ। ਨੈਕਸਟ ਹੈ, what is life membership fees। ਲਾਈਫ ਮੈਂਬਰਸ਼ਿਪ ਫੀਸ ਦਾ ਕੀ ਮਤਲਬ ਹੁੰਦਾ ਵਾ? ਲਾਈਫ ਮੈਂਬਰਸ਼ਿਪ ਫੀਸ ਮਤਲਬ ਲੰਪਸ ਆਫ ਫੀਸ ਪੇਡ ਬਾਏ ਦਾ ਪਰਸਨ ਟੂ ਬਿਕਮ ਦ ਮੈਂਬਰ ਫॉर ਦ ਹੋਲ ਲਾਈਫ। ਮਤਲਬ ਜਿੰਨਾ ਵੀ ਇੱਕ ਪਰਸਨ ਵੱਲੋਂ ਕਿਸੇ ਮੈਂਬਰ ਵੱਲੋਂ ਲੰਪਸਮ ਅਮਾਊਂਟ, ਲੰਪਸਮ ਦਾ ਮਤਲਬ ਹੁੰਦਾ ਇਕੱਠਾ ਅਮਾਊਂਟ ਜਿਹੜਾ ਕੀ ਆ ਕਿਸੇ ਪਰਸਨ ਵੱਲੋਂ ਪੇ ਕੀਤਾ ਜਾਂਦਾ ਵਾ ਤਾਂ ਕਿ ਉਹ ਪੂਰੀ ਲਾਈਫ ਵਾਸਤੇ ਜਿਹੜਾ ਵਾ ਉਸ ਆਰਗੇਨਾਈਜੇਸ਼ਨ ਦਾ ਮੈਂਬਰ ਬਣ ਜੇ। ਹੀ ਹੈਜ਼ ਨੋ ਨੀਡ ਟੂ ਪੇ ਦ ਐਨੂਅਲ ਸਬਸਕ੍ਰਿਪਸ਼ਨ। ਮਤਲਬ ਉਸ ਪਰਸਨ ਨੇ ਜਦੋਂ ਲੰਪਸਮ ਅਮਾਊਂਟ ਪੇ ਕਰ ਦਿੱਤਾ ਵਾ, then in that case there is no need to make the payment of annual subscription। मतलब ਉਹਨੂੰ periodic payment in the form of subscription ਨਹੀਂ ਕਰਨੀ ਪਏਗੀ। he had paid the lump sum amount, ਠੀਕ ਹੈ, ਉਹਨੇ ਲੰਪਸਮ ਅਮਾਊਂਟ ਜਿਹੜੀ ਹੈ ਪੇ ਕਰ ਦਿੱਤੀ ਹੈ। ਸੋ ਆਫਟਰ ਦੈਟ he not need to pay any payment in the form of annual subscription। next ਹੈ, what is grant। ਗ੍ਰਾਂਟ ਦਾ ਮਤਲਬ ਹੁੰਦਾ ਵਾ ਗਵਰਨਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਮਾਊਂਟ ਪੇ ਕੀਤੀ ਜਾਣੀ ਕਿਸੇ ਸਪੈਸੀਫਿਕ ਪਰਪਸ ਵਾਸਤੇ, ਠੀਕ ਹੈ। ਐਨੀ ਅਮਾਊਂਟ ਰਿਸੀਵਡ ਫਰੋਮ ਦ ਗਵਰਨਮੈਂਟ ਫॉर ਮੇਨਟੇਨੈਂਸ ਐਂਡ ਸਪੈਸੀਫਿਕ ਪਰਪਸ ਇਜ਼ ਕਾਲਡ ਦ ਗ੍ਰਾਂਟ, ਠੀਕ ਹੈ। ਲਾਈਕ ਕੋਈ ਗਵਰਨਮੈਂਟ ਸਕੂਲ ਹੈ, ਗਵਰਨਮੈਂਟ ਸਕੂਲ ਨੂੰ ਕੀ ਆ, ਗਵਰਨਮੈਂਟ ਵੱਲੋਂ ਇੱਕ ਗ੍ਰਾਂਟ ਆਈ ਆ ਕਿ ਤੁਸੀਂ ਆਪਣੇ ਸਕੂਲ ਦੀ ਜਿਹੜੀ ਆ ਬਾਊਂਡਰੀ ਤਿਆਰ ਕਰਵਾ ਲਓ, ਜਾਂ ਤੁਸੀਂ ਆਪਣੇ ਸਕੂਲ ਦੇ ਵਿੱਚ ਸਟੇਜ ਤਿਆਰ ਕਰਵਾ ਲਓ, ਜਾਂ ਤੁਸੀਂ ਆਪਣੀ ਸਕੂਲ ਦੀ ਬਿਲਡਿੰਗ ਦੀ ਫੈਂਸਿੰਗ ਕਰਵਾ ਲਓ। ਫੈਂਸਿੰਗ ਮਤਲਬ ਉਹਦੀ ਆਲੇ ਦੁਆਲੇ ਤੁਸੀਂ ਇੱਕ ਫੈਂਸ ਲਗਵਾ ਦਿਓ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਜਾਨਵਰ ਹੈਗਾ ਵਾ ਉਹਨੂੰ ਐਂਟਰ ਨਾ ਕਰ ਸਕੇ। ਸੋ ਈਦਰ ਇਟ ਇਜ਼ ਫॉर ਦ ਸਪੈਸੀਫਿਕ ਪਰਪਸ ਔਰ ਫॉर ਦ ਮੇਨਟੇਨੈਂਸ ਪਰਪਸ। ਇਟ ਮੀਨਸ ਦ ਅਮਾਊਂਟ ਦੈਟ ਇਜ਼ ਪੇਡ ਬਾਏ ਦ ਗਵਰਨਮੈਂਟ, ਮਤਲਬ ਗਵਰਨਮੈਂਟ ਵੱਲੋਂ ਜਿਹੜਾ ਅਮਾਊਂਟ ਹੈ ਪੇ ਕੀਤਾ ਗਿਆ। ਨੈਕਸਟ ਹੈ ਬੱਚੇ, ਵਾਟ ਇਜ਼ ਲੈਗੇਸੀ। ਲੈਗੇਸੀ ਹੁੰਦਾ ਅਮਾਊਂਟ ਰਿਸੀਵਡ ਬਾਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਜ਼ ਪਰ ਦ ਵਿਲ ਆਫ ਡਿਕੀਜ਼ਡ ਪਾਰਟਨਰ ਇਜ਼ ਕਾਲਡ ਦ ਲੈਗੇਸੀ। ਮਤਲਬ ਜਿਹੜਾ ਪਾਰਟਨਰ ਜਿਹੜਾ ਕੀ ਆ ਉਸ ਕੋਈ ਵੀ ਪਾਰਟਨਰ ਜਿਹੜਾ ਕੀ ਆ ਹੁਣ ਉਹਦੀ ਡੈਥ ਦੇ ਕਰਕੇ ਜਿਹੜਾ ਵਾ ਉਹ ਹੁਣ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਪਾਰਟਨਰ ਨਹੀਂ ਰਿਹਾ, ਬਟ ਉਹਦੀ ਵਿਲ ਦੇ ਅਕੋਰਡਿੰਗ ਜਿੰਨਾ ਅਮਾਊਂਟ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਰਿਸੀਵ ਹੋਇਆ ਵਾ, ਕਿਉਂਕਿ ਉਹ ਪਾਰਟਨਰ ਹੈਗਾ ਸੀ, ਕਿਉਂਕਿ ਉਹ ਉਸ ਆਰਗੇਨਾਈਜੇਸ਼ਨ ਦਾ ਪਾਰਟਨਰ ਹੈਗਾ ਸੀ, ਸੋ ਉਹਨੇ ਆਪਣੀ ਵਿਲ ਵਿੱਚ ਲਿਖ ਦਿੱਤਾ ਕਿ ਦਿਸ ਮਚ ਅਮਾਊਂਟ ਵਿਲ ਬੀ ਗਿਵਨ ਟੂ ਦ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਜ਼ ਅ ਲੈਗੇਸੀ ਔਰ ਫਰੋਮ ਹਿਜ਼ ਪਾਰਟ। ਉਹਨੂੰ ਕੀ ਆ, ਉਹਨੂੰ ਜਿਹੜਾ ਵਾ ਉਸ ਅਮਾਊਂਟ ਨੂੰ ਅਸੀਂ ਕਹਾਂਗੇ ਲੈਗੇਸੀ। ਨੈਕਸਟ ਹੈ, ਵਾਟ ਇਜ਼ ਮੇਨਟੇਨੈਂਸ ਗ੍ਰਾਂਟ। ਮੇਨਟੇਨੈਂਸ ਗ੍ਰਾਂਟ ਕਿਹੜੀ ਹੁੰਦੀ ਆ? ਇੱਕ ਤਾਂ ਹੁੰਦੀ ਸਪੈਸੀਫਿਕ ਗ੍ਰਾਂਟ, ਇੱਕ ਹੁੰਦੀ ਮੇਨਟੇਨੈਂਸ ਗ੍ਰਾਂਟ। ਮੇਨਟੇਨੈਂਸ ਗ੍ਰਾਂਟ ਮਤਲਬ ਜਿਹੜੇ ਕਿ ਤੁਹਾਨੂੰ ਡੇ ਟੂ ਡੇ ਐਕਸਪੈਂਸਿਸ ਨੂੰ ਮੇਨਟੇਨ ਕਰਨ ਵਾਸਤੇ, ਮਤਲਬ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਡੇਲੀ ਜਿਹੜੇ ਐਕਸਪੈਂਸਿਸ ਹੈਗੇ ਨੇ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਉਹਨੂੰ ਅਸੀਂ ਕਹਿੰਦੇ ਹਾਂ ਮੇਨਟੇਨੈਂਸ ਗ੍ਰਾਂਟ। ਜਦੋਂ ਕੋਈ ਗਵਰਨਮੈਂਟ ਜਿਹੜੀ ਹੈ ਸਪੈਸੀਫਿਕ ਪਰਪਸ ਵਾਸਤੇ ਦੇ ਦਿੰਦੀ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਕੀ ਹੈ, ਇਹ ਜਨਰਲ ਗ੍ਰਾਂਟ ਹੈ। ਸੋ ਮੇਨਟੇਨੈਂਸ ਗ੍ਰਾਂਟ ਇਜ਼ ਰਿਸੀਵਡ ਫਰੋਮ ਦ ਗਵਰਨਮੈਂਟ ਟੂ ਮੀਟ ਦ ਡੇ ਟੂ ਡੇ ਐਕਸਪੈਂਸਿਸ। ਇਟ ਇਜ਼ ਰਿਕਰਿੰਗ ਇਨ ਨੇਚਰ ਐਂਡ ਟ੍ਰੀਟਡ ਐਜ਼ ਅ ਇਨਕਮ। ਇਹਨੂੰ ਰਿਕਰਿੰਗ ਇਨ ਨੇਚਰ ਕਿਉਂ ਕਿਹਾ ਗਿਆ ਵਾ? ਕਿਉਂਕਿ
ਜਿਹੜੇ ਆ ਡੇ ਟੂ ਡੇ ਮਤਲਬ ਡੇਲੀ ਸਾਨੂੰ ਐਕਸਪੈਂਸਿਸ ਦੀ ਲੋੜ ਪੈਂਦੀ, ਇਟ ਮੀਨਸ ਜਿਹੜੀ ਮੇਨਟੇਨੈਂਸ ਗ੍ਰਾਂਟ ਹੋਏਗੀ ਉਹ ਡੇ ਟੂ ਡੇ ਐਕਸਪੈਂਸਿਸ ਮਤਲਬ ਡੇਲੀ ਦੇ ਐਕਸਪੈਂਸਿਸ ਨੂੰ ਡੀਲ ਕਰਨ ਵਾਸਤੇ। ਸਪੈਸੀਫਿਕ ਗ੍ਰਾਂਟ ਜਿਹੜੀ ਹੋਏਗੀ ਉਹ ਨਾਨ ਰਿਕਰਿੰਗ ਇਨ ਨੇਚਰ ਹੋਏਗੀ, ਇੱਕੋ ਵਾਰੀ ਦਿੱਤੀ ਜਾਏਗੀ। ਲਾਈਕ ਮੈਂ ਪਹਿਲਾਂ ਐਗਜ਼ਾਮਪਲ ਦੇ ਦਿੱਤੀ ਹੈ ਕਿ ਅਗਰ ਗਵਰਨਮੈਂਟ ਵੱਲੋਂ ਕੋਈ ਗ੍ਰਾਂਟ ਦਿੱਤੀ ਗਈ ਆ ਫॉर ਦ ਕੰਸਟਰਕਸ਼ਨ ਆਫ ਦ ਬਾਉਂਡਰੀ ਵਾਲ ਆਫ ਦ ਸਕੂਲ, ਇਟ ਮੀਨਸ ਬਾਉਂਡਰੀ ਵਾਲ ਬਣਨ ਤੋਂ ਬਾਅਦ, ਠੀਕ ਹੈ, ਉਹ ਵਾਲੀ ਜਿਹੜੀ ਗ੍ਰਾਂਟ ਆ ਉਹ ਯੂਜ਼ ਹੋ ਗਈ ਹੈ, ਉਹ ਗ੍ਰਾਂਟ ਬਾਰ-ਬਾਰ ਨਹੀਂ ਦਿੱਤੀ ਜਾਏਗੀ। ਬਟ ਹਾਂ, ਉਸ ਬਾਉਂਡਰੀ ਵਾਲ ਦੀ ਮੇਨਟੇਨੈਂਸ ਵਾਸਤੇ ਜਿਹੜਾ ਗ੍ਰਾਂਟ ਦਿੱਤਾ ਜਾਏਗਾ ਉਹਨੂੰ ਅਸੀਂ ਮੇਨਟੇਨੈਂਸ ਗ੍ਰਾਂਟ ਕਰਾਂਗੇ। ਲਾਈਕ ਉਹਦੀ ਵਾਈਟ ਵਾਸ਼ ਕਰਾਉਣਾ, ਲਾਈਕ ਅਗਰ ਉਹਦੀ ਕਿਸੇ ਵੀ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਆਈ ਹੈ, ਉਸ ਵਾਲ ਨੂੰ ਪ੍ਰੋਬਲਮ ਆਈ ਆ, ਠੀਕ ਹੈ, ਉਹ ਵਾਲ ਜਿਹੜੀ ਸਹੀ ਨਹੀਂ ਬਣੀ, ਅਤੇ ਫਿਰ ਅਸੀਂ ਉਹਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਮੇਨਟੇਨੈਂਸ ਗ੍ਰਾਂਟ ਕਰਾਂਗੇ। ਨੈਕਸਟ ਹੈ ਰਾਈਟ ਦ ਨੇਮ ਆਫ ਐਨੀ ਟੂ ਪ੍ਰੋਫਿਟ ਆਰਗੇਨਾਈਜੇਸ਼ਨ, ਇਹ ਆਲਰੇਡੀ ਡਨ ਹੈ, ਅਸੀਂ ਕਰ ਚੁੱਕੇ ਹਾਂ। ਨੈਕਸਟ ਹੈ ਬੱਚੇ ਫਿਲਿਪਸ ਦਿੱਤੀਆਂ ਹੋਈਆਂ ਨੇ। ਇਨਕਮ ਐਂਡ ਐਕਸਪੈਂਡੀਚਰ ਇਜ਼ ਪ੍ਰੀਪੇਅਰਡ ਔਨ ਦ ਬੇਸਿਸ ਆਫ ਡੈਸ਼ ਬੇਸਿਸ। ਸੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਜਿਹੜਾ ਵਾ ਪ੍ਰੀਪੇਅਰ ਹੁੰਦਾ ਹੈ ਔਨ ਦ ਬੇਸਿਸ ਆਫ ਐਕਰੂਅਲ ਬੇਸਿਸ। ਦੋ ਬੇਸਿਸ ਹੁੰਦੇ, ਇੱਕ ਹੁੰਦੇ ਕੈਸ਼ ਬੇਸਿਸ, ਇੱਕ ਹੁੰਦੇ ਆ ਐਕਰੂਅਲ ਬੇਸਿਸ। ਕੈਸ਼ ਬੇਸਿਸ ਦਾ ਮਤਲਬ ਹੈ ਜਦੋਂ ਵੀ ਕਿਸੇ ਤਰ੍ਹਾਂ ਦੀ ਟ੍ਰਾਂਜੈਕਸ਼ਨ ਹੋਈ, ਭਾਵੇਂ ਉਹ ਪੇਮੈਂਟ ਹੋਈ, ਭਾਵੇਂ ਉਹ ਰਿਸੀਵ ਹੋਈ ਸਾਨੂੰ, ਠੀਕ ਹੈ, ਭਾਵੇਂ ਅਸੀਂ ਰਿਸੀਵ ਕੀਤੀ, ਭਾਵੇਂ ਅਸੀਂ ਪੇਮੈਂਟ ਕੀਤੀ। ਕੈਸ਼ ਬੇਸਿਸ ਦਾ ਮਤਲਬ ਹੈ ਜਦੋਂ ਅਸੀਂ ਐਕਚੁਅਲ ਵਿੱਚ ਉਹ ਕੈਸ਼ ਟ੍ਰਾਂਜੈਕਸ਼ਨ ਜਿਹੜੀ ਆ ਅਕਰ ਹੋ ਗਈ ਆ, ਮਤਲਬ ਅਗਰ ਰਿਸੀਵ ਕਰਨਾ ਵਾ ਤਾਂ ਸਾਨੂੰ ਐਕਚੁਅਲ ਵਿੱਚ ਰਿਸੀਵ ਹੋ ਗਿਆ ਵਾ, ਅਗਰ ਪੇਮੈਂਟ ਕਰਨੀ ਆ ਤਾਂ ਉਹ ਅਸੀਂ ਐਕਚੁਅਲ ਵਿੱਚ ਪੇਮੈਂਟ ਕਰ ਚੁੱਕੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਕੈਸ਼ ਬੇਸਿਸ। ਦੂਜਾ ਹੁੰਦਾ ਹੈ ਐਕਰੂਅਲ ਬੇਸਿਸ। ਐਕਰੂਅਲ ਬੇਸਿਸ ਮਤਲਬ ਅਗਰ ਸਾਡੀ ਸੈਲਰੀ ਡਿਊ ਹੈ, ਠੀਕ ਹੈ, ਭਾਵੇਂ ਉਹ ਸਾਨੂੰ ਹਲੇ ਐਕਚੁਅਲ ਵਿੱਚ ਰਿਸੀਵ ਨਹੀਂ ਹੋਈ, ਬਟ ਅਸੀਂ ਉਹਨੂੰ ਉਸੇ ਟਾਈਮ ਰਿਕਾਰਡ ਕਰ ਲੈਣਾ ਜਦੋਂ ਕਿ ਉਹ ਡਿਊ ਹੋ ਗਈ ਆ। ਅਗਰ ਸਪੋਜ਼ ਕਿਸੇ ਨੂੰ 10 ਤਰੀਕ ਨੂੰ ਜਿਹੜਾ ਵਾ ਸੈਲਰੀ ਮਿਲਦੀ ਹੈ, ਮਤਲਬ ਸੈਲਰੀ ਅਸੀਂ ਡਿਊ ਕਰਨੀ ਹੈ, ਮਤਲਬ ਅਸੀਂ ਆਪਣੇ ਵਰਕਰਸ ਨੂੰ ਦੇਣੀ ਆ। ਇਟ ਮੀਨਸ ਅਗਰ 10 ਤੋਂ ਲੇਟ ਹੋ ਜਾਂਦੀ ਹੈ, 10 ਤੋਂ 12 ਹੋ ਜਾਂਦੀ ਹੈ, ਬਟ ਅਸੀਂ 10 ਨੂੰ ਹੀ ਉਹਨੇ ਰਿਕਾਰਡ ਕਰ ਲਾਂਗੇ ਜਦੋਂ ਕਿ ਉਹ ਡਿਊ ਹੋ ਚੁੱਕੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਐਕਰੂਅਲ ਬੇਸਿਸ। ਮਤਲਬ ਅਸੀਂ ਐਕਚੁਅਲ ਕੈਸ਼ ਦੀ ਐਕਸਚੇਂਜ ਦੀ ਵੇਟ ਨਹੀਂ ਕਰਾਂਗੇ, ਅਸੀਂ ਕੀ ਆ ਜਦੋਂ ਉਹ ਡਿਊ ਹੋ ਜਾਂਦੀ ਹੈ ਅਸੀਂ ਉਹਨੂੰ ਉਦੋਂ ਹੀ ਰਿਕਾਰਡ ਕਰ ਲਾਂਗੇ। ਸੋ ਇਨਕਮ ਐਂਡ ਐਕਸਪੈਂਡੀਚਰ ਇਜ਼ ਪ੍ਰੀਪੇਅਰਡ ਔਨ ਦ ਬੇਸਿਸ ਆਫ ਐਕਰੂਅਲ ਬੇਸਿਸ। ਕਲੀਅਰ? Next up, opening balance of cash in hand is shown on the debit side of the recipient payment account. Opening balance ਜਿਹੜਾ cash in hand ਦਾ ਹੋਏਗਾ, ਕਿਉਂਕਿ recipient payment account ਕੀ ਹੈ, recipient payment account ਹੈਗਾ ਇੱਕ ਰੀਅਲ ਅਕਾਊਂਟ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਕਾਊਂਟਿੰਗ ਦੇ ਉਹੀ 3 ਰੂਲਸ ਨੇ, ਇੱਕ ਹੁੰਦਾ ਪਰਸਨਲ ਅਕਾਊਂਟ, ਇੱਕ ਹੁੰਦਾ ਰੀਅਲ ਅਕਾਊਂਟ, ਇੱਕ ਹੁੰਦਾ ਨੋਮੀਨਲ ਅਕਾਊਂਟ। ਸੋ ਜਿਹੜਾ ਰਿਸਿਪਟੈਂਟ ਪੇਮੈਂਟ ਅਕਾਊਂਟ ਹੈਗਾ ਉਹ ਕੀ ਹੈਗਾ ਵਾ, ਰੀਅਲ ਅਕਾਊਂਟ ਹੈਗਾ ਵਾ, ਠੀਕ ਹੈ। ਸੋ ਰੀਅਲ ਅਕਾਊਂਟ ਦੇ ਬੇਸਿਸ 'ਤੇ ਕੀ ਹੈ, ਓਪਨਿੰਗ ਜਿਹੜਾ ਬੈਲੈਂਸ ਹੋਏਗਾ, ਕੈਸ਼ ਇਨ ਹੈਂਡ ਦਾ ਬੈਲੈਂਸ ਹੋਏਗਾ, ਡੈਟ ਵਿਲ ਬੀ ਔਨ ਦਾ ਡੈਬਿਟ ਸਾਈਡ, ਮਤਲਬ ਉਹਨੂੰ ਅਸੀਂ ਡੈਬਿਟ ਸਾਈਡ 'ਤੇ ਜਿਹੜਾ ਵਾ ਰਿਕਾਰਡ ਕਰਾਂਗੇ, ਕਿਉਂਕਿ ਰਿਸਿਪਟਸ ਜਿਹੜੀਆਂ ਵਾ ਅਸੀਂ ਡੈਬਿਟ ਸਾਈਡ 'ਤੇ ਸ਼ੋ ਕਰਦੇ ਹਾਂ ਅਤੇ ਪੇਮੈਂਟਸ ਜਿਹੜੀਆਂ ਅਸੀਂ ਕ੍ਰੈਡਿਟ ਸਾਈਡ 'ਤੇ ਸ਼ੋ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਡੈਸ਼ ਆਈਟਮਸ ਆਰ ਨਾਟ ਰਿਕਾਰਡਡ ਇਨ ਦਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਕਿਹੜੀਆਂ ਆਈਟਮਸ ਨਹੀਂ ਆਉਂਦੀਆਂ? ਕੈਪੀਟਲ ਆਈਟਮਸ ਨਹੀਂ ਆਉਂਦੀਆਂ, ਕਿਉਂਕਿ ਅਸੀਂ ਇਨਕਮ ਐਂਡ ਐਕਸਪੈਂਡੀਚਰ ਵਿੱਚ ਸਿਰਫ ਅਤੇ ਸਿਰਫ ਰੈਵਨਿਊ ਨੇਚਰ ਦੀਆਂ ਜਿਹੜੀਆਂ ਆਈਟਮਸ ਹੁੰਦੀਆਂ ਉਹਨਾਂ ਨੂੰ ਹੀ ਰਿਕਾਰਡ ਕਰਦੇ ਹਾਂ। ਰੈਵਨਿਊ ਨੇਚਰ ਦੀਆਂ ਹੋਣਗੀਆਂ, ਰੈਵਨਿਊ ਐਕਸਪੈਂਡੀਚਰ, ਰੈਵਨਿਊ ਇਨਕਮਸ, ਉਹਨਾਂ ਨੂੰ ਅਸੀਂ ਰਿਕਾਰਡ ਕਰਾਂਗੇ। ਕੈਪੀਟਲ ਆਈਟਮਸ ਨੂੰ ਅਸੀਂ ਰਿਕਾਰਡ ਨਹੀਂ ਕਰਾਂਗੇ। ਨੈਕਸਟ ਹੈ, ਪ੍ਰੋਫਿਟ ਔਨ ਸੇਲ ਆਫ ਬਿਲਡਿੰਗ ਵਿਲ ਬੀ ਸ਼ੋਨ ਔਨ ਡੈਸ਼ ਸਾਈਡ ਆਫ ਦ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਹੁਣ ਅਗਰ ਪ੍ਰੋਫਿਟ ਹੋਇਆ ਵਾ, ਇਨਕਮ ਐਂਡ ਐਕਸਪੈਂਡੀਚਰ ਕਿਹੜਾ ਅਕਾਊਂਟ ਹੈਗਾ? ਨੋਮੀਨਲ ਅਕਾਊਂਟ ਹੈਗਾ। ਇਹ ਨੋਮੀਨਲ ਨੇਚਰ ਦਾ, ਇਹਦਾ ਮਤਲਬ ਇਹਦੇ ਵਿੱਚ ਕੀ ਆ, ਨੋਮੀਨਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ, ਡੈਬਿਟ ਆਲ ਦ ਐਕਸਪੈਂਸਿਸ ਐਂਡ ਲੋਸਿਸ ਐਂਡ ਕ੍ਰੈਡਿਟ ਆਲ ਦ ਇਨਕਮਸ ਐਂਡ ਗੇਨਸ। ਸੋ ਉਸ ਅਕੋਰਡਿੰਗ ਜਿਹੜਾ ਇਨਕਮਸ ਜਿਹੜੀਆਂ ਵਾ ਉਹਨਾਂ ਨੂੰ ਅਸੀਂ ਜਿਹੜਾ ਵਾ ਉਹ ਡੈਬਿਟ ਸਾਈਡ 'ਤੇ ਜਿਹੜੀ ਐਕਸਪੈਂਸਿਸ ਨੇ ਉਹਨਾਂ ਨੂੰ ਡੈਬਿਟ ਸਾਈਡ 'ਤੇ, ਜਿਹੜੀਆਂ ਇਨਕਮਸ ਨੇ ਉਹਨਾਂ ਨੂੰ ਕ੍ਰੈਡਿਟ ਸਾਈਡ 'ਤੇ ਜਿਹੜਾ ਅਸੀਂ ਸ਼ੋ ਕਰਦੇ ਹਾਂ। ਸੋ ਪ੍ਰੋਫਿਟ ਔਨ ਸੇਲ ਆਫ ਬਿਲਡਿੰਗ, ਜਿਹੜਾ ਪ੍ਰੋਫਿਟ ਹੋਇਆ ਉਹਨੂੰ ਅਸੀਂ ਇਨਕਮ ਸਾਈਡ 'ਤੇ ਜਿਹੜਾ ਰਿਕਾਰਡ ਕਰਾਂਗੇ। ਕਲੀਅਰ? ਲਾਈਕ ਇਨਕਮ ਸਾਈਡ 'ਤੇ ਮਤਲਬ ਕ੍ਰੈਡਿਟ ਸਾਈਡ 'ਤੇ। ਨੈਕਸਟ ਐਕਸੈਸ ਆਫ ਐਕਸਪੈਂਡੀਚਰ ਓਵਰ ਦ ਇਨਕਮ ਵਿਲ ਬੀ ਡਿਡਕਟਡ ਫਰੋਮ ਡੈਸ਼ ਫੰਡ ਇਨ ਦ ਬੈਲੈਂਸ ਸ਼ੀਟ। Excess of expenditure over the income will be deducted from the
ਕੈਪੀਟਲ ਫੰਡ ਇਨ ਦਾ ਬੈਲੈਂਸ ਸ਼ੀਟ। ਇਹਨਾਂ ਨੂੰ ਅਸੀਂ ਕਿਹੜਾ ਵਾ ਜਦੋਂ ਐਕਸਪੈਂਡੀਚਰ ਜਿਹੜੀ ਆ ਵੱਧ ਹੋ ਜਾਂਦੀ ਆ, ਇਨਕਮ ਜਿਹੜੀ ਘੱਟ ਹੋ ਜਾਂਦੀ ਉਹਨੂੰ ਅਸੀਂ ਡਿਡਕਟ ਕਰ ਦਿੰਦੇ ਆ ਅਤੇ ਉਸ ਜਿਹੜਾ ਵੀ ਫੰਡ ਆਉਂਦਾ ਵਾ ਉਹਨੂੰ ਅਸੀਂ ਬੈਲੈਂਸ ਸ਼ੀਟ ਵਿੱਚ ਅੰਡਰ ਦਾ ਹੈਡਿੰਗ ਕੈਪੀਟਲ ਫੰਡ ਵਿੱਚ ਜਿਹੜਾ ਵਾ ਸ਼ੋ ਕਰਦੇ ਆ। ਨੈਕਸਟ ਹੈ ਰਿਸਿਪਟ ਔਨ ਅਕਾਊਂਟ ਆਫ ਲੈਗੇਸੀ ਸ਼ੁੱਡ ਬੀ ਟ੍ਰੀਟਡ ਐਜ਼ ਅ ਕੈਪੀਟਲ ਐਕਸ ਰਿਸਿਪਟ। ਲੈਗੇਸੀ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਲੈਗੇਸੀ ਕੀ ਆ, ਜਿਹੜੀ ਕੋਈ ਇੱਕ ਪਾਰਟਨਰ ਜਿਹਦੀ ਡੈਥ ਹੋ ਗਈ ਆ, ਉਹ ਆਪਣੀ ਵਿਲ ਦੇ ਅਕੋਰਡਿੰਗ ਜਿਹੜਾ ਵਾਟ ਐਵਰ ਦਾ ਅਮਾਊਂਟ ਹੀ ਵਾਂਟਸ ਟੂ ਕੰਟਰੀਬਿਊਟ ਟੂ ਦ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ, ਉਹਨੂੰ ਅਸੀਂ ਕਹਿੰਦੇ ਆ ਕੈਪੀਟਲ ਰਿਸਿਪਟ। ਠੀਕ ਹੈ, ਉਹਨੂੰ ਅਸੀਂ ਕੈਪੀਟਲ ਰਿਸਿਪਟ ਜਿਹੜਾ ਮੰਨਾਂਗੇ। ਸੋ ਲੈਗੇਸੀ ਨੂੰ ਜਿਹੜਾ ਕੈਪੀਟਲ ਰਿਸਿਪਟ ਮੰਨਿਆ ਜਾਏਗਾ। ਨੈਕਸਟ ਹੈ ਐਨੀ ਅਮਾਊਂਟ ਰਿਸੀਵ ਟੂਵਰਡਸ ਐਂਡੋਮੈਂਟ ਫੰਡ ਇਜ਼ ਕਾਲਡ ਦਾ ਇਜ਼ ਆਲਸੋ ਅ ਕੈਪੀਟਲ ਰਿਸਿਪਟ। ਐਂਡੋਮੈਂਟ ਫੰਡ ਕੀ ਹੁੰਦਾ ਵਾ? ਐਂਡੋਮੈਂਟ ਫੰਡ ਇੱਕ ਇਹੋ ਜਿਹੀ ਇਨਵੈਸਟਮੈਂਟ ਹੈਗੀ ਹੈ ਜਿਹਦੇ ਵਿੱਚ ਕੀ ਹੈ, ਜਿਹੜੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ ਇੱਕ ਇਨਵੈਸਟਮੈਂਟ ਕਰ ਦਿੰਦੀ ਆ ਅਤੇ ਉਹ ਇਨਵੈਸਟਮੈਂਟ ਤੋਂ ਜਿੰਨਾ ਉਹਨੂੰ ਪ੍ਰੋਫਿਟ ਟਾਈਮ ਟੂ ਟਾਈਮ ਹੁੰਦਾ ਵਾ ਉਹ ਉਸ ਪ੍ਰੋਫਿਟ ਨੂੰ ਯੂਜ਼ ਕਰਦੀ ਆ ਫॉर ਦਾ ਡੇ ਟੂ ਡੇ ਆਪਣੀਆਂ ਡੇਲੀ ਦੀਆਂ ਰਿਕੁਆਇਰਮੈਂਟਸ ਨੂੰ ਕੰਪਲੀਟ ਕਰਨ ਵਾਸਤੇ, ਆਪਣੀਆਂ ਡੇਲੀ ਦੀਆਂ ਟ੍ਰਾਂਜੈਕਸ਼ਨਸ ਨੇ, ਆਪਣੀ ਡੇਲੀ ਦੀਆਂ ਰਿਕੁਆਇਰਮੈਂਟਸ ਨੂੰ ਕੰਪਲੀਟ ਕਰਨ ਵਾਸਤੇ ਉਹ ਉਸ ਅਮਾਊਂਟ ਨੂੰ ਯੂਜ਼ ਕਰਦੀ ਆ। ਇਟ ਮੀਨਸ ਐਂਡੋਮੈਂਟ ਫੰਡ ਕੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਆ, ਉਹ ਇਨਵੈਸਟਮੈਂਟ ਨੂੰ ਕਰਕੇ ਉਹਦੇ ਵਿੱਚੋਂ ਜਿਹੜੀ ਵੀ ਸਾਨੂੰ ਰਿਟਰਨ ਆਉਂਦੀ ਆ ਉਸ ਰਿਟਰਨ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਸੋ ਇਹਨੂੰ ਅਸੀਂ ਕੈਪੀਟਲ ਜਿਹੜਾ ਵਾ ਕੈਪੀਟਲ ਰਿਸਿਪਟ ਜਿਹੜਾ ਵਾ ਮੰਨਾਂਗੇ। ਨੈਕਸਟ ਹੈ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਵਿਲ ਅਪੀਅਰ ਔਨ the debit side of the receipt and payment account। ਕਿਉਂ ਡੈਬਿਟ ਸਾਈਡ ਦੇ ਅਸੀਂ ਰਿਸਿਪਟ ਐਂਡ ਪੇਮੈਂਟ ਅਕਾਊਂਟ 'ਤੇ ਕਿਉਂ ਡੈਬਿਟ ਸਾਈਡ ਦੇ ਅਸੀਂ ਰਿਕਾਰਡ ਕਰ ਰਹੇ ਹਾਂ? ਕਿਉਂਕਿ ਇਹ ਸਾਨੂੰ ਕੀ ਆ ਐਡਵਾਂਸ ਵਿੱਚ ਰਿਸੀਵ ਜਿਹੜਾ ਹੋਇਆ, ਸੋ ਇਸ ਲਈ ਅਸੀਂ ਇਹਨੂੰ ਕੀ ਆ ਰਿਸਿਪਟ, ਕਿਉਂਕਿ ਰਿਸਿਪਟ ਹੈ ਸੋ ਇਹਨੂੰ ਅਸੀਂ ਡੈਬਿਟ ਸਾਈਡ 'ਤੇ ਕੀ ਆ ਰਿਕਾਰਡ ਕਰਾਂਗੇ। ਨੈਕਸਟ ਹੈ ਬੱਚੇ 9th ਕੁਐਸਚਨ, ਇਨਕਮ ਐਂਡ ਐਕਸਪੈਂਡੀਚਰ ਇਜ਼ ਅ ਡੈਸ਼ ਅਕਾਊਂਟ। ਇਨਕਮ ਐਂਡ ਐਕਸਪੈਂਡੀਚਰ ਕਿਹੜਾ ਅਕਾਊਂਟ ਹੈ? ਨੋਮੀਨਲ ਅਕਾਊਂਟ ਹੈ। ਅਗਰ ਰਿਸਿਪਟ ਐਂਡ ਪੇਮੈਂਟ ਦੀ ਗੱਲ ਕਰੀਏ ਤਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਇਜ਼ ਅ ਰੀਅਲ ਅਕਾਊਂਟ। ਯਾਦ ਰੱਖਣਾ ਹੈ ਤੁਸੀਂ, ਰਿਸਿਪਟ ਐਂਡ ਪੇਮੈਂਟ ਅਕਾਊਂਟ ਇਜ਼ ਅ ਰੀਅਲ ਅਕਾਊਂਟ ਐਂਡ ਇਨਕਮ ਐਂਡ ਐਕਸਪੈਂਡੀਚਰ ਇਜ਼ ਅ nominal account। next है specific donation received is a capital receipt। ਕੋਈ ਵੀ ਡੋਨੇਸ਼ਨ ਜਿਹੜੀ ਕਿ ਸਪੈਸੀਫਿਕ ਪਰਪਸ ਵਾਸਤੇ ਹੈ, ਲਾਈਕ ਅਸੀਂ ਆਲਰੇਡੀ ਡਿਸਕਸ ਕੀਤਾ ਹੈ, ਅਗਰ ਡੋਨੇਸ਼ਨ ਜਿਹੜੀ ਆ ਉਹ ਬਿਲਡਿੰਗ ਦੀ ਬਾਊਂਡਰੀ ਵਾਲ ਵਾਸਤੇ ਆ, ਬਿਲਡਿੰਗ ਦੀ ਰੈਨੋਵੇਸ਼ਨ ਵਾਸਤੇ ਆ, ਦੈਟ ਇਜ਼ ਕੰਸੀਡਰਡ ਐਜ਼ ਅ ਕੈਪੀਟਲ ਰਿਸਿਪਟ। ਉਹਨੂੰ ਅਸੀਂ ਕੈਪੀਟਲ ਰਿਸਿਪਟ ਹੀ ਮੰਨਾਂਗੇ। ਨੈਕਸਟ ਹੈ ਬੱਚੇ MCQs ਨੇ। ਨੈਕਸਟ ਹੈ ਬੱਚੇ MCQs ਨੇ। ਤੁਸੀਂ ਜਿਹੜਾ PDF ਜਿਹੜਾ ਮੈਂ ਤੁਹਾਨੂੰ ਸੈਂਡ ਕੀਤਾ ਉਹਦੇ ਅਕੋਰਡਿੰਗ ਜਿਹੜਾ ਵਾ ਉਹ ਦੇਖਣਾ ਹੈ। ਕੁਝ ਕੁਐਸਚਨਸ ਜਿਹੜੇ ਆ ਮੈਂ ਪੇਜ ਟਰਨ ਕਰਨ ਤੋਂ ਬਿਨਾਂ ਹੀ ਉਹ ਸਮਝਾ ਦਿੱਤੇ ਨੇ। ਤੁਸੀਂ ਇਹਨਾਂ ਨੂੰ ਕੀ ਆ ਪ੍ਰੋਪਰ ਜਿਹੜਾ PDF ਮੈਂ ਤੁਹਾਨੂੰ ਸੈਂਡ ਕੀਤਾ ਉਹਦੇ ਵਿੱਚ ਜਿੰਨੇ ਜਿੱਦਾਂ ਕੁਐਸਚਨਸ ਦਿੱਤੇ ਨੇ ਉਸੇ ਅਕੋਰਡਿੰਗ ਜਿਹੜਾ ਵਾ ਤੁਸੀਂ ਕਰਨਾ ਹੈ। ਨੈਕਸਟ ਹੈ MCQs ਨੇ ਬੱਚੇ, ਰਿਸਿਪਟ ਐਂਡ ਪੇਮੈਂਟ ਅਕਾਊਂਟ ਇਜ਼ ਅ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ? ਡੈਬਿਟ ਵਾਟ ਕਮਸ ਇਨ, ਕ੍ਰੈਡਿਟ ਵਾਟ ਗੋਜ਼ ਆਊਟ। ਸੋ ਉਹਦੇ ਅਕੋਰਡਿੰਗ ਰਿਸਿਪਟਸ ਐਂਡ ਪੇਮੈਂਟ ਅਕਾਊਂਟ ਜਦੋਂ ਅਸੀਂ ਬਣਾਵਾਂਗੇ ਅਤੇ ਰਿਸਿਪਟ ਨੂੰ ਜਿਹੜਾ ਡੈਬਿਟ ਸਾਈਡ 'ਤੇ ਲਿਖਾਂਗੇ ਅਤੇ ਪੇਮੈਂਟ ਨੂੰ ਅਸੀਂ ਕ੍ਰੈਡਿਟ ਸਾਈਡ 'ਤੇ ਲਿਖਾਂਗੇ। ਨੈਕਸਟ ਹੈ ਇਨਕਮ ਐਂਡ ਐਕਸਪੈਂਡੀਚਰ ਇਜ਼ ਅ ਨੋਮੀਨਲ ਅਕਾਊਂਟ। ਡੋਨੇਸ਼ਨ ਰਿਸੀਵਡ ਫॉर ਦ ਸਪੈਸੀਫਿਕ ਪਰਪਸ। ਡੋਨੇਸ਼ਨ ਜਿਹੜੀ ਅਸੀਂ ਸਪੈਸੀਫਿਕ ਪਰਪਸ ਵਾਸਤੇ ਰਿਸੀਵ ਕਰਦੇ ਹਾਂ, ਕੋਈ ਵੀ ਡੋਨੇਸ਼ਨ ਜਿਹੜੀ ਕਿ ਅਸੀਂ ਸਪੈਸੀਫਿਕ ਪਰਪਸ ਵਾਸਤੇ ਰਿਸੀਵ ਕੀਤੀ ਹੈ ਦੈਟ ਇਜ਼ ਅ ਕੈਪੀਟਲ ਰਿਸੀਟ। ਅਗਰ ਡੋਨੇਸ਼ਨ ਰਿਸੀਵ ਕੀਤੀ ਹੈ ਜਨਰਲ ਪਰਪਸ ਵਾਸਤੇ ਦੈਨ ਅਸੀਂ ਉਹਨੂੰ ਰੈਵਨਿਊ ਰਿਸਿਪਟ ਜਿਹੜਾ ਵਾ ਮੰਨ ਸਕਦੇ ਹਾਂ। ਅਗਰ ਸਪੈਸੀਫਿਕ ਪਰਪਸ ਵਾਸਤੇ ਕੀਤੀ ਹੈ ਤਾਂ ਕੈਪੀਟਲ ਰਿਸਿਪਟ। ਨੈਕਸਟ ਹੈ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਐਟ ਦ ਐਂਡ। ਸਬਸਕ੍ਰਿਪਸ਼ਨ, ਕੋਈ ਵੀ ਸਬਸਕ੍ਰਿਪਸ਼ਨ ਜਿਹੜੀ ਕੀ ਆ ਆਊਟਸਟੈਂਡਿੰਗ ਹੈਗੀ ਆ ਐਟ ਦ ਐਂਡ ਆਫ ਦ ਪੀਰੀਅਡ, ਮਤਲਬ ਉਹ ਜਿਹੜੀ ਆ ਉਹ ਇਸ ਸਾਲ ਦੀ ਹੈ। ਲਾਈਕ ਅਗਰ ਐਗਜ਼ਾਮਪਲ ਲਈਏ ਕਿ ਇਹਦੇ ਵਿੱਚ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਐਟ ਦ ਐਂਡ। ਅਗਰ ਅਸੀਂ 2018 ਵਿੱਚ ਆ, ਠੀਕ ਹੈ, ਅਗਰ ਅਸੀਂ 2018 ਦੇ ਐਂਡ ਵਿੱਚ ਉਹਨਾਂ ਨੇ ਕਿਹਾ ਵਾ ਕਿ ਸਬਸਕ੍ਰਿਪਸ਼ਨ ਆਊਟਸਟੈਂਡਿੰਗ, ਇਟ ਮੀਨਸ ਇਟ ਇਜ਼ ਇਹ ਕੀ ਆ 2018 ਦੇ ਨਾਲ ਹੀ ਡੀਲ ਕਰ ਰਿਹਾ, ਠੀਕ ਹੈ, 2018 ਦਾ ਹੀ ਹੈਗਾ ਇਹ ਸਬਸਕ੍ਰਿਪਸ਼ਨ। ਸੋ ਅਸੀਂ 2018 ਵਿੱਚ ਹੀ ਇਹਨੂੰ ਡੀਲ ਕਰਾਂਗੇ ਕਿਉਂਕਿ ਇਨਕਮ ਐਂਡ ਐਕਸਪੈਂਡੀਚਰ ਦੇ ਅਕੋਰਡਿੰਗ ਕੀ ਆ, ਅਗਰ 2018 ਵਿੱਚ ਅਗਰ ਸਾਡਾ ਸਬਸਕ੍ਰਿਪਸ਼ਨ ਜਿਹੜਾ ਵਾ ਡਿਊ ਹੋ ਚੁੱਕਿਆ, ਮਤਲਬ ਅਸੀਂ ਰਿਸੀਵ ਨਹੀਂ ਕੀਤਾ, ਮਤਲਬ ਅਸੀਂ ਰਿਸੀਵ ਕਰਨਾ ਸੀ, ਠੀਕ ਹੈ, ਸੋ ਉਹਨੂੰ ਕੀ ਐਸੈਟ ਮੰਨਿਆ ਜਾਏਗਾ ਕਿਉਂਕਿ ਉਹ ਸਾਨੂੰ ਅੱਜ ਜਾਂ ਕੱਲ੍ਹ ਉਹ ਜਿਹੜਾ ਰਿਸੀਵ ਹੋ ਜਾਏਗਾ। ਨੈਕਸਟ ਹੈ ਇਫ ਦ ਟੂਰਨਾਮੈਂਟ ਫੰਡ ਇਜ਼ ਕ੍ਰੀਏਟਡ ਦੈਨ ਟੂਰਨਾਮੈਂਟ ਐਕਸਪੈਂਸਿਸ ਆਰ ਟ੍ਰਾਂਸਫਰਡ ਟੂ, ਇਹਨਾਂ ਨੂੰ ਟ੍ਰਾਂਸਫਰ ਕਰਾਂਗੇ ਅਸੀਂ ਟੂਰਨਾਮੈਂਟ ਫੰਡ ਅਕਾਊਂਟ। ਮਤਲਬ ਜਦੋਂ ਕੋਈ ਇਹੋ ਜਿਹਾ ਫੰਡ ਜਿਹੜਾ ਕਿ ਸਪੈਸੀਫਿਕ ਪਰਪਸ ਵਾਸਤੇ, ਲਾਈਕ ਬਿਲਡਿੰਗ ਫੰਡ ਹੈ, ਲਾਈਕ ਪ੍ਰਾਈਜ਼ ਫੰਡ ਹੈ, ਲਾਈਕ ਟੂਰਨਾਮੈਂਟ ਫੰਡ ਹੈ, ਉਹ ਉਸ ਪਰਪਸ ਵਾਸਤੇ ਹੁੰਦਾ, ਫਿਰ ਉਹਨੂੰ ਅਸੀਂ ਕੀ ਆ ਉਸ ਇੱਕ ਵੱਖਰੇ ਹੈੱਡ ਦੇ ਅੰਡਰ ਬੈਲੈਂਸ ਸ਼ੀਟ ਵਿੱਚ ਵੱਖਰੇ ਹੈੱਡ ਦੇ ਅੰਡਰ ਟਰੀਟ ਕਰਾਂਗੇ ਟੂਰਨਾਮੈਂਟ ਫੰਡ ਦੇ ਅੰਡਰ ਜਿਹੜਾ ਵਾ ਇਹਨੂੰ ਅਸੀਂ
ਇਹਨੂੰ ਡੀਲ ਕਰਾਂਗੇ। ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ, ਲਾਈਕ ਅਗਰ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਹੈਗਾ ਵਾ, ਠੀਕ ਹੈ, ਡਿਊ ਹੋ ਗਿਆ ਸੀ ਬਟ ਹਾਲੇ ਅਸੀਂ ਉਹਨੂੰ ਰਿਸੀਵ ਨਹੀਂ ਕੀਤਾ। ਹੁਣ ਅਗਰ ਉਹ ਐਸਟ ਹੈ ਸਾਡਾ, ਅਤੇ ਹੁਣ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਹੈ, ਮਤਲਬ ਅਸੀਂ ਸਬਸਕ੍ਰਿਪਸ਼ਨ ਐਡਵਾਂਸ ਵਿੱਚ ਰਿਸੀਵ ਕੀਤਾ ਹੈ, ਇਹਦਾ ਮਤਲਬ ਹਾਲੇ ਉਹ ਡਿਊ ਨਹੀਂ ਹੋਇਆ ਸੀ। ਜਦੋਂ ਤੱਕ ਉਹ ਡਿਊ ਨਹੀਂ ਹੋਇਆ ਉਦੋਂ ਤੱਕ ਉਹ ਕੀ ਹੈ ਸਾਡੇ ਲਈ ਕੀ ਇੱਕ ਲਾਇਬਿਲਿਟੀ ਦੇ ਤੌਰ 'ਤੇ ਅਸੀਂ ਉਹਨੂੰ ਜਿਹੜਾ ਵਾ ਰਿਕਾਰਡ ਕਰਾਂਗੇ। ਨੈਕਸਟ ਹੈ ਰਿਸਿਪਟ ਆਫ ਲੈਗੇਸੀ ਅਮਾਊਂਟ, ਮਤਲਬ ਜਿਹੜਾ ਕਿ ਇੱਕ ਡਿਕੀਜ਼ਡ ਪਰਸਨ ਤੋਂ ਅਸੀਂ ਰਿਸੀਵ ਕੀਤਾ, ਇਟ ਸ਼ੁੱਡ ਬੀ ਟ੍ਰੀਟਡ ਐਜ਼ ਅ ਕੈਪੀਟਲ ਰਿਸਿਪਟ, ਇਹਨੂੰ ਅਸੀਂ ਕੈਪੀਟਲ ਰਿਸਿਪਟ ਦੇ ਤੌਰ 'ਤੇ ਜਿਹੜਾ ਵਾ ਉਹ ਡੀਲ ਕਰਾਂਗੇ। ਨੈਕਸਟ ਹੈ ਲਾਈਫ ਮੈਂਬਰਸ਼ਿਪ ਫੀਸ। ਅਗਰ ਲਾਈਫ ਮੈਂਬਰਸ਼ਿਪ ਮਤਲਬ ਲਾਈਫ ਮੈਂਬਰਸ਼ਿਪ ਫੀਸ ਕਿਹੜੀ ਹੁੰਦੀ ਹੈ, ਜਿਹੜੀ ਕਿ ਇੱਕ ਮੈਂਬਰ ਨੇ ਲੰਪ ਸਮ ਵਿੱਚ ਜਿਹੜੀ ਹੈ ਸਾਨੂੰ ਪੇ ਕਰ ਦਿੱਤੀ ਆ, ਮਤਲਬ ਲੰਪ ਸਮ ਵਿੱਚ ਅਗਰ ਪੇ ਕੀਤੀ ਆ ਇਟ ਸ਼ੁੱਡ ਬੀ ਕੈਪੀਟਲਾਈਜ਼, ਮਤਲਬ ਇਹ ਕੀ ਆ ਇੱਕ, ਕਿਉਂਕਿ ਅਮਾਊਂਟ ਜਿਹੜਾ ਬਿਗ ਹੋਏਗਾ, ਇੱਕ ਇੱਕ ਹੁੰਦੀ ਆ ਲਾਈਫ ਮੈਂਬਰਸ਼ਿਪ ਇਨ ਦਾ ਇੰਸਟਾਲਮੈਂਟਸ, ਮਤਲਬ ਪੀਰੀਓਡਿਕ ਇੰਸਟਾਲਮੈਂਟਸ ਦੇ ਰਿਹਾ ਵਾ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਉਹ ਲੰਪ ਸਮ ਵਿੱਚ ਜਿਹੜੀ ਇੱਕ ਫੀਸ ਆਪਣੀ ਪੇ ਕਰ ਰਿਹਾ ਵਾ, ਇਹਦਾ ਮਤਲਬ ਉਸ ਫੀਸ ਨੂੰ ਪੇ ਕਰਨ ਤੋਂ ਬਾਅਦ ਉਹ ਫੀਸ ਨਹੀਂ ਪੇ ਕਰੇਗਾ, ਸੋ ਇਟ ਸ਼ੁੱਡ ਬੀ ਕੈਪੀਟਲਾਈਜ਼ਡ। ਨੈਕਸਟ ਹੈ ਰਿਸਿਪਟੈਂਟ ਪੇਮੈਂਟ ਅਕਾਊਂਟ ਰਿਕਾਰਡਸ ਦ ਰਿਸਿਪਟੈਂਟ ਪੇਮੈਂਟ ਆਫ ਬੋਥ ਕੈਪੀਟਲ ਐਂਡ ਰੈਵਨਿਊ ਨੇਚਰ। ਰਿਸਿਪਟੈਂਟ ਪੇਮੈਂਟ ਅਕਾਊਂਟ ਵਿੱਚ ਕੀ ਆ ਦੋਨੋਂ ਤਰ੍ਹਾਂ ਦੀਆਂ, ਭਾਵੇਂ ਉਹ ਆਈਟਮਸ ਹੋਣ ਕੈਪੀਟਲ ਨੇਚਰ ਦੀਆਂ, ਭਾਵੇਂ ਉਹ ਹੋਣ ਰੈਵਨਿਊ ਨੇਚਰ ਦੀਆਂ, ਦੋਨੋਂ ਅਸੀਂ ਰਿਕਾਰਡ ਕਰਦੇ ਹਾਂ। ਵੇਅਰ ਐਜ਼ ਇਨ ਦ ਕੇਸ ਆਫ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਓਨਲੀ ਦ ਇਨਕਮਸ ਡੈਟ ਆਰ ਔਰ ਇਨਕਮਸ ਔਰ ਐਕਸਪੈਂਡੀਚਰ ਡੈਟ ਆਰ ਆਫ ਦ ਰੈਵਨਿਊ ਨੇਚਰ, ਮਤਲਬ ਰੈਵਨਿਊ ਨੇਚਰ ਦੀਆਂ ਜਿਹੜੀਆਂ ਇਨਕਮਸ ਅਤੇ ਐਕਸਪੈਂਡੀਚਰਸ ਹੁੰਦੇ ਨੇ ਉਹਨਾਂ ਨੂੰ ਹੀ ਅਸੀਂ ਜਿਹੜਾ ਵਾ ਰਿਕਾਰਡ ਕਰਦੇ ਹਾਂ। ਜਦੋਂ ਕਿ ਰਿਸਿਪਟੈਂਟ ਪੇਮੈਂਟ ਅਕਾਊਂਟ ਵਿੱਚ ਕੀ ਆ ਦੋਨੋਂ ਤਰ੍ਹਾਂ ਦੀਆਂ ਆਈਟਮਸ ਭਾਵੇਂ ਉਹ ਕੈਪੀਟਲ ਹੋਣ ਭਾਵੇਂ ਉਹ ਰੈਵਨਿਊ ਹੋਣ, ਅਸੀਂ ਦੋਨਾਂ ਨੂੰ ਰਿਕਾਰਡ ਕਰਾਂਗੇ। ਨੈਕਸਟ ਹੈ ਬੱਚੇ ਵਿਚ ਆਫ ਦ ਫੋਲੋਇੰਗ ਇਜ਼ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਕਿਹੜੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਹੜੀ ਪ੍ਰਾਈਵੇਟ ਇੰਸਟੀਟਿਊਸ਼ਨ ਹੋਏਗੀ, ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੋਏਗੀ ਉਹ ਕੀ ਹੋਏਗੀ, ਕਿਹੜੀ ਨਾਟ ਫॉर ਪ੍ਰੋਫਿਟ ਜਿਹੜੀ ਕੀ ਆ ਪ੍ਰੋਫਿਟ ਵਾਸਤੇ ਕੰਮ ਨਹੀਂ ਕਰਦੀ। ਸੋ ਅਗਰ ਕਲੱਬ ਦੀ ਗੱਲ ਕਰੀਏ, ਕੋਈ ਵੀ ਕਿਸੇ ਤਰ੍ਹਾਂ ਦਾ ਕਲੱਬ ਹੋ ਸਕਦਾ ਵਾ ਜਿਹੜਾ ਕਿ ਕਿਸੇ ਸਪੈਸੀਫਿਕ ਕੰਮ ਵਾਸਤੇ ਕੰਮ ਕਰ ਰਿਹਾ ਹੈ, ਸਪੈਸੀਫਿਕ ਪਰਪਸ ਵਾਸਤੇ। ਕਾਲਜ ਵੀ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਹਸਪੀਟਲ ਵੀ। ਸੋ ਪ੍ਰਾਈਵੇਟ ਐਂਟਰਪ੍ਰਾਈਜ਼ਸ ਜਿਹੜੀਆਂ ਨੇ ਉਹ ਕੀ ਹੈ ਉਹ ਇਹਦੇ ਵਿੱਚ ਇਨਕਲੂਡ ਨਹੀਂ ਹੁੰਦੀਆਂ। ਨੈਕਸਟ ਹੈ ਬੱਚੇ ਟਰੂ ਫਾਲਸ ਦੇਖੋ, ਅਸੀਂ ਜਲਦੀ ਨਾਲ ਡਿਸਕਸ ਕਰ ਲੈਂਦੇ ਹਾਂ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੈਵਰ ਅੰਡਰਟੇਕਸ ਦ ਟ੍ਰੇਡਿੰਗ ਐਕਟੀਵਿਟੀਜ਼। ਟ੍ਰੇਡਿੰਗ ਐਕਟੀਵਿਟੀਜ਼ ਜਿਹੜੀਆਂ ਵਾ ਉਹ ਬਿਲਕੁਲ ਵੀ ਉਹਦੇ ਵਿੱਚ ਡੀਲ ਨਹੀਂ ਕਰਦੇ। ਮਤਲਬ ਕੁਐਸਚਨ ਕੀ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੈਵਰ ਅੰਡਰਟੇਕਸ ਦ ਟ੍ਰੇਡਿੰਗ ਐਕਟੀਵਿਟੀਜ਼। ਟ੍ਰੇਡਿੰਗ ਐਕਟੀਵਿਟੀਜ਼ ਕਿਹੜੀਆਂ ਐਕਟੀਵਿਟੀਜ਼ ਹੋਈਆਂ ਜਿਹੜੀਆਂ ਕਿ ਕਿਸੇ ਪ੍ਰੋਫਿਟ ਨੂੰ ਕਮਾਉਣ ਵਾਸਤੇ ਹੁੰਦੀਆਂ ਵਾ। ਅਸੀਂ ਇਹਨੂੰ ਅਸੀਂ ਫਾਲਸ ਲਿਖਾਂਗੇ ਸਟੇਟਮੈਂਟ ਨੂੰ। ਕਿਉਂ ਫਾਲਸ ਲਿਖਾਂਗੇ, ਕਿਉਂਕਿ ਨੋ ਡਾਊਟ ਜਿਹੜੀਆਂ ਵੀ ਟ੍ਰਾਂਜੈਕਸ਼ਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀਆਂ ਹੁੰਦੀਆਂ ਸਾਰੀਆਂ ਹੀ ਜਿਹੜੀਆਂ ਵਾ ਉਹ ਟ੍ਰੇਡਿੰਗ ਪਰਪਸ ਵਾਸਤੇ ਨਹੀਂ ਹੁੰਦੀਆਂ, ਬਟ ਸਮਟਾਈਮਸ ਕੁਛ ਇਹੋ ਜਿਹੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਵਾ ਜਿਹੜੀਆਂ ਕੀ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅੰਡਰਟੇਕ ਕਰਦੀ ਆ ਟੂ ਅਰਨ ਦ ਪ੍ਰੋਫਿਟ, ਐਂਡ ਦੈਟ ਪ੍ਰੋਫਿਟ ਇਜ਼ ਆਲਸੋ ਯੂਜ਼ਡ ਫॉर ਦ ਚੈਰੀਟੇਬਲ ਪਰਪਸ ਆਲਸੋ, ਠੀਕ ਹੈ, ਉਹਨੂੰ ਵੀ ਅਸੀਂ ਚੈਰੀਟੇਬਲ ਪਰਪਸ ਵਾਸਤੇ ਹੀ ਯੂਜ਼ ਕਰਦੇ ਹਾਂ। ਸੋ ਇਹਨੂੰ ਅਸੀਂ ਫਾਲਸ ਸਿੱਖਾਂਗੇ। ਨੈਕਸਟ ਹੈ ਰਿਸਿਪਟੈਂਟ ਪੇਮੈਂਟ ਅਕਾਊਂਟ ਇਜ਼ ਨਥਿੰਗ ਬਟ ਦ ਕੰਸੋਲੀਡੇਟਡ ਸਮਰੀ ਆਫ ਕੈਸ਼ ਬੁੱਕ, ਕਿਉਂਕਿ ਕੈਸ਼ ਬੁੱਕ ਵੀ ਇੱਕ ਰੀਅਲ ਅਕਾਊਂਟ ਹੈ। ਰਿਸਿਪਟੈਂਟ ਪੇਮੈਂਟ ਅਕਾਊਂਟ ਇਹ ਮਤਲਬ ਇੱਕ ਸਮਰੀ ਹੈ ਉਹਦੀ, ਕੈਸ਼ ਬੁੱਕ ਵਾਂਗੂ ਹੀ ਅਸੀਂ ਰਿਸਿਪਟਸ ਐਂਡ ਪੇਮੈਂਟਸ ਦੀ ਇੱਕ ਸਮਰੀ ਬਣਾ ਲੈਂਦੇ ਹਾਂ। Next is recipient payment account is a real account. Yes, it's a real account. Income and expenditure is a real account. No, false. It's a nominal account. Next है revenue items are shown in the income and expenditure account. Revenue items are shown in the income and expenditure account. Yes, income and expenditure ਵਿੱਚ ਸਿਰਫ ਅਸੀਂ revenue items ਨੂੰ ਹੀ ਜਿਹੜਾ ਵਾ record ਕਰਦੇ ਹਾਂ. Next, donation unless otherwise stated is to be taken as a capital. एक क्वेश्चन ਅਸੀਂ ਸਕਿਪ ਕਰ ਦਿੱਤਾ। ਐਂਟਰੈਂਸ ਫੀਸ ਟੂ ਦ ਕਲੱਬ ਇਜ਼ ਸ਼ੋਨ ਐਜ਼ ਪੇਮੈਂਟ, ਮਤਲਬ ਕਲੱਬ ਨੂੰ ਅਗਰ ਅਸੀਂ ਐਂਟਰੈਂਸ ਫੀਸ ਕੋਈ ਪੇ ਕੀਤੀ ਹੈ ਦੈਟ ਸ਼ੁੱਡ ਬੀ ਸ਼ੋਨ ਐਜ਼ ਅ ਪੇਮੈਂਟ ਨਹੀਂ ਹੈ, ਕਿਉਂਕਿ ਐਂਟਰੈਂਸ ਫੀਸ ਉਹਨੇ ਰਿਸੀਵ ਕੀਤੀ ਹੈ, ਇਟ ਮੀਨਸ ਇਟਸ ਅ ਰਿਸਿਪਟ ਫॉर ਦੈਟ ਕਲੱਬ, ਇਟਸ ਅ receipt for the club, so it's a false. Next, a donation unless otherwise stated is to be taken as a capital receipt. डोनेशन अगर सानू स्पैसीफाई नहीं किया गया कि किहड़ी तरह की, अगर जनरल डोनेशन है डैट इज़ टू बी कंसिडर्ड एज अ रेवन्यू, अगर रेवन्यू रिसिप्ट असीं मानांगे। अगर डोनेशन जिहड़ी है स्पैसीफिक
ਪਰਪਸ ਵਾਸਤੇ ਹੈ, ਮਤਲਬ ਪਾਰਟੀਕੂਲਰ ਪਰਪਸ ਵਾਸਤੇ ਦਿੱਤੀ ਹੈ, ਫਿਰ ਅਸੀਂ ਇਹਨੂੰ ਕੈਪੀਟਲ ਰਿਸਿਪਟ ਮੰਨਾਂਗੇ। ਬਟ ਅਗਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੁਛ ਮੈਂਸ਼ਨ ਨਹੀਂ ਹੈ, ਭਾਵੇਂ ਕਿ ਉਹ ਕੈਪੀਟਲ ਨੇਚਰ ਦੀ ਹੈ ਜਾਂ ਰੈਵਨਿਊ ਨੇਚਰ ਦੀ ਹੈ, ਮਤਲਬ ਡੋਨੇਸ਼ਨ ਇਜ਼ ਫॉर द ਸਪੈਸੀਫਿਕ ਪਰਪਸ ਔਰ ਫॉर द ਜਨਰਲ ਪਰਪਸ, ਉਸ ਕੇਸ ਵਿੱਚ ਕੀ ਹੈ ਅਸੀਂ ਮੰਨਾਂਗੇ ਕਿ ਡੋਨੇਸ਼ਨ ਜਿਹੜੀ ਹੈ ਸਪੈਸੀਫਿਕ ਪਰਪਸ ਵਾਸਤੇ ਹੀ ਦਿੱਤੀ ਗਈ ਹੈ ਅਤੇ ਦੈਟ ਸ਼ੁੱਡ ਬੀ ਕੰਸੀਡਰਡ ਐਜ਼ ਅ ਕੈਪੀਟਲ ਰਿਸਿਪਟ, ਉਹਨੂੰ ਅਸੀਂ ਕੈਪੀਟਲ ਰਿਸਿਪਟ ਹੀ ਮੰਨਾਂਗੇ। ਨੈਕਸਟ ਹੈ ਅਮਾਊਂਟ ਪੇਡ ਫॉर द परचेज ऑफ स्पोर्ट्स गुड्स बाय द स्पोर्ट्स क्लब इज़ रेवेन्यू एक्सपेंडिचर। इट्स अ फॉल्स, क्यों फॉल्स क्यों है? स्पोर्ट्स क्लब का काम हैगा वा कि उन्होंने स्पोर्ट्स आइटम्स को खरीदना है, इट मीन्स दैट इज़ एसेट फॉर दैम एंड वैन एवर वी आर मेकिंग द परचेज ऑफ द एसेट इट्स अ कैपिटल एक्सपेंडिचर, उन्होंने ਅਸੀਂ कैपिटल एक्सपेंडिचर ही मानते हैं। नेक्स्ट है sale of old material must be credited to the capital fund in the balance sheet। ਸੇਲ ਆਫ ਓਲਡ ਮਟੀਰੀਅਲ ਨੂੰ ਅਸੀਂ ਕ੍ਰੈਡਿਟ ਨਹੀਂ ਕਰਾਂਗੇ, ਇਹਨੂੰ ਅਸੀਂ ਇਨਕਮ ਐਕਸਪੈਂਡੀਚਰ ਵਿੱਚ ਇਨਕਮ ਸਾਈਡ 'ਤੇ ਸ਼ੋ ਕਰਾਂਗੇ ਜਿਹੜਾ ਵੀ ਅਸੀਂ ਮਟੀਰੀਅਲ ਸੇਲ ਕੀਤਾ। ਨੈਕਸਟ ਹੈ ਰਿਸਿਪਟ ਐਂਡ ਪੇਮੈਂਟ ਅਕਾਊਂਟ ਇਜ਼ ਅ ਸਮਰੀ ਆਫ ਆਲ ਦ ਕੈਪੀਟਲ ਰਿਸਿਪਟਸ ਐਂਡ ਪੇਮੈਂਟਸ। ਸਮਰੀ ਆਫ it's a summary of all the capital receipts and payment। no, receipt and payment account ਵਿੱਚ ਕੀ ਹੈ ਅਸੀਂ ਸਾਰੇ ਤਰ੍ਹਾਂ ਦੀਆਂ ਭਾਵੇਂ ਉਹ ਰੈਵਨਿਊ ਨੇਚਰ ਦੀ ਹੋਵੇ ਭਾਵੇਂ ਉਹ ਕੈਪੀਟਲ ਨੇਚਰ ਦੀ ਹੋਵੇ ਸਾਰੇ ਤਰ੍ਹਾਂ ਦੇ ਰਿਸਿਪਟਸ ਜਿਹੜੀਆਂ ਅਸੀਂ ਇੰਕਲੂਡ ਕਰਦੇ ਹਾਂ। ਨੈਕਸਟ ਪੇਮੈਂਟ ਆਫ ऑनरेरियम इज़ ट्रीटेड एज अ कैपिटल एक्सपेंडिचर। फॉल्स, ऑनरेरियम की एक टोकन ऑफ ऑनर है फॉर द गेस्ट that has given some speech or some special lecture to us। so ਜਿਹੜੀ ਉਹ ਪੇਮੈਂਟ ਕਰਾਂਗੇ ऑनरेरियम ਉਹ ਰੈਵਨਿਊ ਐਕਸਪੈਂਡੀਚਰ ਹੋਏਗਾ ਸਾਡੇ ਲਈ। ਓਨਲੀ ਕੈਪੀਟਲ ਐਕਸਪੈਂਡੀਚਰਸ are shown in the receipt and payment account, again false क्योंकि receipt and payment account ਵਿੱਚ ਕੀ ਹੈ ਅਸੀਂ ਦੋਨੋਂ ਤਰ੍ਹਾਂ ਦੀਆਂ ਕੈਪੀਟਲ ਵੀ ਅਤੇ ਰੈਵਨਿਊ ਦੋਨੋਂ ਆਈਟਮਸ ਜਿਹੜੀਆਂ ਉਹ ਰਿਕਾਰਡ ਕਰਦੇ ਹਾਂ। ਸੋ false ਆਏਗਾ। नेक्स्ट है इनकम एंड एक्सपेंडिचर रिलेटिंग टू द स्पेशल फंड शुड नॉट बी डेल्ट इन द इनकम एक्सपेंडिचर अकाउंट। अगर स्पेशल फंड लाइक प्राइज फंड हैगा वा टूर्नामेंट फंड है, ठीक है, उन्होंने ਅਸੀਂ ਇਨਕਮ ਐਂਡ ਐਕਸਪੈਂਡੀਚਰ ਵਿੱਚ ਡੀਲ ਨਹੀਂ ਕਰਦੇ, ਉਹਨਾਂ ਨੂੰ ਅਸੀਂ ਬੈਲੈਂਸ ਸ਼ੀਟ ਵਿੱਚ ਡੀਲ ਕਰਦੇ ਹਾਂ, ਸਿੱਧਾ ਬੈਲੈਂਸ ਸ਼ੀਟ ਵਿੱਚ ਅਸੀਂ ਜਿਹੜਾ ਵਾ ਇਹਨਾਂ ਨੂੰ ਸਪੈਸ਼ਲ ਫੰਡਸ ਨੂੰ ਡੀਲ ਕਰਦੇ ਹਾਂ। ਨੈਕਸਟ donations received for the construction of college building is to be credited to the building account। yes true, ठीक है, डोनेशन स्पेसिफिक पर्पस वास्ते ਇਹਨੂੰ ਅਸੀਂ ਡੋਨੇਸ਼ਨ ਇਨਕਮ ਐਕਸਪੈਂਡੀਚਰ ਵਿੱਚ ਨਹੀਂ ਲੈ ਕੇ ਜਾਵਾਂਗੇ, ਇਹਨਾਂ ਨੂੰ ਅਸੀਂ ਬਿਲਡਿੰਗ ਅਕਾਊਂਟ ਅੰਡਰ ਦ ਬੈਲੈਂਸ ਸ਼ੀਟ ਜਿਹੜਾ ਇਹਨੂੰ ਅਸੀਂ ਡੀਲ ਕਰਾਂਗੇ। नेक्स्ट है रिसिप्ट एंड पेमेंट अकाउंट रिकॉर्ड्स ओनली दोज इनकम एक्सपेंसिस एंड लॉसेज विच रिलेट टू द करंट अकाउंटिंग पीरियड। नो, फॉल्स आएगा क्योंकि रिसिप्ट एंड पेमेंट अकाउंट ਵਿੱਚ ਕੀ ਅਸੀਂ ਭਾਵੇਂ ਉਹ ਪਾਸ ਦੇ ਕੋਈ ਇਨਕਮ ਐਕਸਪੈਂਸਿਸ ਹੋਣ ਲੌਸਿਸ ਹੋਣ ਭਾਵੇਂ ਕਰੰਟ ਦੇ ਹੋਣ ਭਾਵੇਂ ਫਿਊਚਰ ਦੇ ਹੋਣ ਅਸੀਂ ਸਭ ਕੁਝ ਜਿਹੜਾ ਰਿਕਾਰਡ ਕਰਦੇ ਹਾਂ। ਸਿਰਫ ਅਸੀਂ ਕਰੰਟ ਈਅਰ ਵਾਲਾ ਰਿਕਾਰਡ ਇਹ ਨਹੀਂ ਹੈ ਕਿ ਅਸੀਂ ਸਿਰਫ ਕਰੰਟ ਈਅਰ ਵਾਲਾ ਰਿਕਾਰਡ ਕਰਾਂਗੇ। नेक्स्ट है इन केस अ स्पोर्ट्स फंड इज़ मेंटेन्ड all expenses on sports are debited to the income and expenditure account। in case sports fund is maintained मतलब sports fund like ਅਸੀਂ ਪ੍ਰਾਈਜ਼ ਫੰਡ ਟੂਰਨਾਮੈਂਟ ਫੰਡ ਉਸੇ ਤਰ੍ਹਾਂ ਸਪੋਰਟਸ ਫੰਡ ਅਗਰ ਮੇਨਟੇਨ ਕੀਤਾ ਵਾ ਫਿਰ ਅਸੀਂ ਜਿਹੜੀਆਂ ਵੀ ਉਹਦੇ ਐਕਸਪੈਂਸਿਸ ਹੋਣਗੇ ਜਿਹੜੇ ਵੀ ਉਹਨਾਂ ਦੇ ਇਨਕਮਸ ਹੋਣਗੇ ਉਹਨਾਂ ਨੂੰ ਅਸੀਂ ਡੀਲ ਕਰਾਂਗੇ ਉਸ ਪਰਟੀਕੂਲਰ ਫੰਡ ਦੇ ਅੰਡਰ ਹੀ, ਠੀਕ ਹੈ, ਅਸੀਂ ਉਸ ਪਰਟੀਕੂਲਰ ਫੰਡ ਦੇ ਅੰਡਰ ਹੀ ਡੀਲ ਕਰਾਂਗੇ। ਆਲ ਐਕਸਪੈਂਸਿਸ ਉਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਵਿੱਚ ਨਹੀਂ ਲੈ ਕੇ ਜਾਵਾਂਗੇ, ਇਹਨਾਂ ਨੂੰ ਅਸੀਂ ਅਲੱਗ ਇਹਨਾਂ ਦਾ ਅਕਾਊਂਟ ਬਣਾਵਾਂਗੇ, ਸਪੋਰਟਸ ਫੰਡ ਦਾ ਅਲੱਗ ਬਣਾਵਾਂਗੇ, ਉਹਦੇ ਵਿੱਚ ਇਹਦੀਆਂ ਸਾਰੀਆਂ ਆਈਟਮਸ ਨੂੰ ਡੀਲ ਕਰਾਂਗੇ। ਨੈਕਸਟ ਹੈ ਐਨੀ ਸਬਸਕ੍ਰਿਪਸ਼ਨ ਰਿਸੀਵਡ ਇਨ ਐਡਵਾਂਸ ਆਰ ਟਰੀਟਡ ਐਜ਼ ਕੈਪੀਟਲ ਰਿਸਿਪਟਸ ਐਂਡ ਦੇਅਰਫੋਰ ਟੇਕਨ ਟੂ ਦ liability side of the balance sheet। any subscription received in advance ਕੀਤਾ ਵਾ ਇਹਦਾ ਮਤਲਬ ਇਹੀ ਹੈ ਸਾਡੇ ਲਈ liability ਹੈ, ਠੀਕ ਹੈ, liability and therefore taken to the liability side। no doubt ਇਹਨੂੰ ਅਸੀਂ liability side ਲਿਖਦੇ ਹਾਂ ਬੈਲੈਂਸ ਸ਼ੀਟ ਦੇ but not due to this thing ਕਿ capital receipt ਹੈ ਇਸ ਲਈ, ਠੀਕ ਹੈ, ਅਸੀਂ ਕੈਪੀਟਲ ਰਿਸਿਪਟ ਦੇ ਕਰਕੇ ਨਹੀਂ ਉਹਨੂੰ ਅਸੀਂ ਲਿਖਦੇ ਕਿਉਂਕਿ ਇਹ ਸਾਡੀ ਲਾਇਬਿਲਿਟੀ ਹੈ ਕਿਉਂਕਿ ਅਸੀਂ ਰਿਸੀਵਡ ਐਡਵਾਂਸ ਵਿੱਚ ਰਿਸੀਵ ਕਰ ਲਈ ਹੈ, ਸੋ ਅਸੀਂ ਇਸ ਕਰਕੇ ਜਿਹੜਾ ਵਾ ਇਹਨੂੰ ਲਾਇਬਿਲਿਟੀ ਸਾਈਡ 'ਤੇ ਲਿਖਦੇ ਹਾਂ। ਨੈਕਸਟ ਹੈ ਸਕੋਲਰਸ਼ਿਪ ਡਿਸਟਰੀਬਿਊਟਡ ਟੂ ਦ ਨੀਡੀ ਸਟੂਡੈਂਟਸ ਆਊਟ ਆਫ ਦ ਗਵਰਨਮੈਂਟ ਫੰਡਸ ਪ੍ਰੋਵਾਈਡਡ ਫॉर ਦਿਸ ਪਰਪਸ ਆਰ ਡੈਬਿਟਡ ਟੂ ਦ ਕੈਪੀਟਲ ਫੰਡ। ਸਕੋਲਰਸ਼ਿਪ ਡਿਸਟਰੀਬਿਊਟਡ ਕੀਤੀ ਗਈ ਆ ਨੀਡੀ ਸਟੂਡੈਂਟਸ ਨੂੰ ਆਊਟ ਆਫ ਦ ਗਵਰਨਮੈਂਟ ਫੰਡ, ਗਵਰਨਮੈਂਟ ਨੇ ਇੱਕ ਫੰਡ ਦਿੱਤਾ, ਠੀਕ ਹੈ, ਨੋਟ ਫॉर ਡੈਟ ਪਰਟੀਕੂਲਰ ਪਰਪਸ ਕਿ ਤੁਸੀਂ ਸਕੋਲਰਸ਼ਿਪਸ ਹੀ ਜਿਹੜੀਆਂ ਦੇਣੀਆਂ ਹੈਗੀਆਂ ਵਾ, ਗਵਰਨਮੈਂਟ ਨੇ ਉਹ ਫੰਡ ਜਿਹੜਾ ਹੈਗਾ ਵਾ ਉਹ ਪਰਟੀਕੂਲਰ ਪਰਪਸ ਵਾਸਤੇ ਨਹੀਂ ਦਿੱਤਾ, ਮਤਲਬ ਉਹ ਜਨਰਲ ਫੰਡ ਸੀ ਅਤੇ ਉਸ ਜਨਰਲ ਫੰਡ ਵਿੱਚੋਂ ਕੀ ਆ ਸਕੂਲ ਨੇ ਜਿਹੜਾ ਵਾ ਨੀਡੀ ਸਟੂਡੈਂਟਸ ਨੂੰ ਸਕੋਲਰਸ਼ਿਪ ਜਿਹੜੀਆਂ ਵਾ ਡਿਸਟਰੀਬਿਊਟ ਕਰ ਦਿੱਤੀਆਂ ਵਾ। ਸੋ ਇਹਨੂੰ ਅਸੀਂ ਜਿਹੜਾ ਵਾ
ਉਹ ਕੈਪੀਟਲ ਫੰਡ ਵਿੱਚ ਨਹੀਂ ਲੈ ਕੇ ਜਾਵਾਂਗੇ, ਇਹਨੂੰ ਅਸੀਂ ਡੈਬਿਟ ਨਹੀਂ ਕਰਾਂਗੇ ਕੈਪੀਟਲ ਫੰਡ ਵਿੱਚ। ਇਹਨੂੰ ਅਸੀਂ ਲਾਈਕ ਅਗਰ ਤਾਂ ਇਹ ਸਪੈਸੀਫਿਕ ਪਰਪਸ ਵਾਸਤੇ ਹੁੰਦਾ, ਠੀਕ ਹੈ, ਗਵਰਨਮੈਂਟ ਵੱਲੋਂ ਜਿਹੜਾ ਫੰਡ ਕੀਤਾ ਹੁੰਦਾ ਉਹ ਸਪੈਸੀਫਿਕ ਪਰਪਸ ਵਾਸਤੇ ਹੁੰਦਾ, ਫਿਰ ਤਾਂ ਅਸੀਂ ਇਹਨੂੰ ਕੈਪੀਟਲ ਫੰਡ ਵਿੱਚ ਦੇ ਅੰਡਰ ਟਰੀਟ ਕਰਨਾ ਸੀ। ਬਟ ਨਾਓ ਦਿਸ ਟਾਈਮ ਗਵਰਨਮੈਂਟ ਵੱਲੋਂ ਜਿਹੜਾ ਫੰਡ ਸੀ ਉਹ ਜਨਰਲ ਪਰਪਸ ਵਾਸਤੇ ਦਿੱਤਾ ਗਿਆ ਸੀ, ਅਤੇ ਜਿਹਨੂੰ ਕਿ ਅਸੀਂ ਯੂਜ਼ ਕੀਤਾ ਹੈ ਉਸ ਡੋਨੇਸ਼ਨ ਬੱਚਿਆਂ ਨੂੰ ਜਿਹੜੀ ਆ ਨੀਡੀ ਸਟੂਡੈਂਟਸ ਨੂੰ ਜਿਹੜੀ ਆ ਸਕੋਲਰਸ਼ਿਪ ਡਿਸਟਰੀਬਿਊਟ ਕਰਨ ਵਾਸਤੇ। ਸੋ ਇਟ ਸ਼ੁੱਡ ਨਾਟ be debited to the capital fund. Next, income from sports fund investment should be credited to the income and expenditure account. ਇਨਕਮ ਫਰੋਮ ਸਪੋਰਟਸ ਫੰਡ ਇਨਵੈਸਟਮੈਂਟ ਮਤਲਬ ਸਪੋਰਟਸ ਫੰਡ ਵਿੱਚ ਇਨਵੈਸਟਮੈਂਟ ਕੀਤੀ ਹੈ ਅਤੇ ਉਹਨੂੰ ਅਸੀਂ ਇਨਕਮ ਨੂੰ ਜਿਹੜਾ ਵਾ ਕ੍ਰੈਡਿਟ ਕਰਾਂਗੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਵਿੱਚ। ਬਟ ਇਹ ਫਾਲਸ ਹੈ, ਕਿਉਂਕਿ ਸਪੋਰਟਸ ਫੰਡ ਦੀ ਅਸੀਂ ਅਗਰ ਇਨਵੈਸਟਮੈਂਟ ਕੀਤੀ ਹੈ ਤਾਂ ਮਤਲਬ ਕਿ ਅਸੀਂ ਉਹਦਾ ਵੱਖਰਾ ਅਕਾਊਂਟ ਜਿਹੜਾ ਵਾ ਉਹ ਮੇਨਟੇਨ ਕੀਤਾ ਹੋਏਗਾ, ਅਤੇ ਉਹ ਜਿਹੜਾ ਵੱਖਰਾ ਅਕਾਊਂਟ ਮੇਨਟੇਨ ਕੀਤਾ ਅਸੀਂ ਉਹਦੇ ਵਿੱਚ ਹੀ ਜਿਹੜੀ ਆ ਵਾ ਇਨਕਮ ਨੂੰ ਉਹਦੀ ਇਨਕਮ ਨੂੰ ਡੀਲ ਕਰਾਂਗੇ। ਨੈਕਸਟ ਹੈ, ਅ ਪਬਲਿਕ ਹਸਪੀਟਲ ਇਜ਼ ਅ ਨਾਨ ਪ੍ਰੋਫਿਟ ਐਂਟੀਟੀ। ਯੈਸ, ਪਬਲਿਕ ਹਸਪੀਟਲ ਮਤਲਬ ਹਸਪੀਟਲ ਦੈਟ ਇਜ਼ ਫॉर द ਪਬਲਿਕ, ਉਹ ਨਾਨ ਪ੍ਰੋਫਿਟ ਐਂਟੀਟੀ ਹੀ ਕੰਸੀਡਰ ਕੀਤੀ ਜਾਏਗੀ, ਉਹਨੂੰ ਅਸੀਂ ਨਾਨ ਪ੍ਰੋਫਿਟ ਐਂਟੀਟੀ ਹੀ ਮੰਨਾਂਗੇ। ਨੈਕਸਟ ਹੈ, ਅਨਐਕਸਪਾਇਰਡ ਇੰਸ਼ੋਰੈਂਸ ਇਜ਼ ਐਨ ਐਸੈਟ। ਅਨਐਕਸਪਾਇਰਡ ਇੰਸ਼ੋਰੈਂਸ ਮਤਲਬ ਉਹ ਇੰਸ਼ੋਰੈਂਸ ਜਿਹੜੀ ਕਿ ਅਸੀਂ ਲਈ ਹੈ ਬਟ ਹਜੇ ਉਹ ਐਕਸਪਾਇਰ ਨਹੀਂ ਹੋਈ। ਇਹਦਾ ਮਤਲਬ ਕਿ ਉਹ ਸਾਡਾ ਐਸੈਟ ਕਿਉਂ ਹੈ, ਕਿਉਂਕਿ ਅਸੀਂ ਉਹਨੂੰ ਉਸ ਅਨਐਕਸਪਾਇਰਡ ਇੰਸ਼ੋਰੈਂਸ ਦੇ ਵਿੱਚੋਂ ਅਮਾਊਂਟ ਨੂੰ ਯੂਜ਼ ਕਰ ਸਕਦੇ ਹਾਂ। ਅਗਰ ਸਾਨੂੰ ਲੋੜ ਪੈਂਦੀ ਹੈ ਅਤੇ ਉਸ ਇੰਸ਼ੋਰੈਂਸ ਨੂੰ ਅਸੀਂ ਬਿਫੋਰ ਟਾਈਮ ਜਿਹੜਾ ਵਾ ਅਗਰ ਉਹ ਮੈਚਿਓਰਿਟੀ 'ਤੇ ਸਾਨੂੰ ਅਮਾਊਂਟ ਮਿਲ ਜਾਏਗਾ, ਅਤੇ ਅਗਰ ਉਹ ਮੈਚਿਓਰ ਨਹੀਂ ਹੋਈ ਅਤੇ ਅਸੀਂ ਬਿਫੋਰ ਮੈਚਿਓਰਿਟੀ ਜਿਹੜਾ ਉਹਦਾ ਅਮਾਊਂਟ ਜਿਹੜਾ ਵਾ ਉਹਨੂੰ ਰਿਲੀਜ਼ ਕਰਕੇ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਇਟ ਮੀਨਸ ਅਨਐਕਸਪਾਇਰਡ ਇੰਸ਼ੋਰੈਂਸ ਇਜ਼ ਅ ਐਸੈਟ ਫॉर ਅਸ। ਆਈ ਹੋਪ ਤੁਹਾਨੂੰ ਬੱਚੇ ਸਭ ਨੂੰ ਇਸ 1 ਮਾਰਕਸ ਦੇ ਕੁਐਸਚਨਸ ਜਿਹੜੇ ਆ ਸਮਝ ਲੱਗ ਗਏ ਹੋਣਗੇ। ਕਿਉਂ ਡਿਸਕਸ ਕੀਤੇ ਗਏ ਤੁਹਾਡੇ ਨਾਲ, ਤਾਂ ਕਿ ਬਾਰ-ਬਾਰ ਬੱਚੇ ਕੁਛ ਪ੍ਰੋਬਲਮਸ ਜਿਹੜੀਆਂ 1 ਮਾਰਕ ਕੁਐਸਚਨਸ ਵਿੱਚ ਆ ਰਹੀਆਂ ਸੀ ਉਹ ਡਿਸਕਸ ਕਰ ਰਹੇ ਸੀ, ਮੈਨੂੰ ਭੇਜ ਰਹੇ ਸੀ। ਹੁਣ ਇਹ ਤੁਹਾਨੂੰ ਵੀਡੀਓ ਜਿਹੜੀ ਬਣਾ ਕੇ ਭੇਜ ਦਿੱਤੀ ਗਈ ਹੈ ਤਾਂ ਕਿ ਤੁਹਾਡੇ 1 ਮਾਰਕਸ ਦੇ ਕੁਐਸਚਨਸ ਜਿਹੜੇ ਆ ਬਿਲਕੁਲ ਜਿਹੜੇ ਆ ਕਲੀਅਰ ਹੋ ਜਾਣ। 1 ਮਾਰਕਸ ਦੇ ਕੁਐਸਚਨਸ ਵਿੱਚ ਇਹਨਾਂ ਵਿੱਚੋਂ ਤੁਹਾਨੂੰ ਕੀ ਹੈ 30 ਕੁਐਸਚਨਸ ਜਿਹੜੇ ਆ ਮਤਲਬ 30 ਮਾਰਕਸ ਜਿਹੜੇ ਆ ਤੁਸੀਂ ਆਰਾਮ ਦੇ ਨਾਲ ਈਜ਼ੀਲੀ ਜਿਹੜਾ ਵਾ ਉਹ ਤੁਸੀਂ ਲੈ ਸਕਦੇ ਹੋ, ਅਗਰ ਤੁਸੀਂ ਸਾਰੇ MCQs ਟਰੂ ਫਾਲਸ 1 ਮਾਰਕ ਦੇ 1 ਵਰਡ ਦੇ ਕੁਐਸਚਨਸ ਜਿਹੜੇ ਆ ਉਹਨਾਂ ਨੂੰ ਲਰਨ ਕਰ ਲਓ। ਸੋ ਆਈ ਹੋਪ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਏਗੀ। ਓਕੇ ਬੱਚੇ, ਥੈਂਕ ਯੂ।